ਆਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519 622 0660 519622 0660 QTL because we care. ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 6066 ਯਾਨੀ 360652 6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 661 797 2354 ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ जी हाँ ड्रीमलाइनर एक्सप्रेस कंपनी कैलगरी अल्बर्टा कैनेडा जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है इन्हां कोल कैलगरी अल्बर्टा तो कैलिफोर्निया ते एरिजोना दे सिद्धे रन इन्हां कोल ड्राई ते रीफर लोड भी है होम रिटर्न विद इन 5 days बाई वीकली ते चंगी तनख्वाह दिंदे आ और हाँ सिंगल ते टीम्स दोनां नूं हायर करदे ने वधेरे जानकारी लई कॉल 403 404 9501 403 404 9501 ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 8556002064 ਅਤੇ 8556 02071 JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 engines, International ਅਤੇ Automatic Transmissions, 5 ਸਾਲ ਦਾ Freightliner ਡੀਲਰਸ਼ਿਪ ਦਾ ਐਕਸਪੀਰੀਅੰਸ ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਜ਼ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ ਹਰ ਤਰ੍ਹਾਂ ਦੀ ਗਰੋਸਰੀ ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ ਜਿੱਥੇ ਮਿਲੇਗਾ ਵਧੀਆ ਖਾਣਾ 2 ਪਰੌਂਠੇ ਸਿਰਫ 499 ਚ ਟਰੱਕ ਡਰਾਈਵਰ ਵੀਰਾਂ ਲਈ 2 ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858 Address 2201 South Union Avenue Bakersfield California 93307 Union Village ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਨਾਲ ਅੱਗੇ ਗੱਲਬਾਤ ਚਲਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ ਏਅਰਪੋਰਟ ਰੋਡ ਐਰੋ ਸਿਟੀ ਮੋਹਾਲੀ ਵੱਲੋਂ ਤੁਹਾਡੇ ਮਨ ਦੇ ਵਿੱਚ ਕੋਈ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਜਾਂ ਅਜਿਹੀ ਪ੍ਰੋਪਰਟੀ ਲੈਣੀ ਹੈ ਜਿਹੜੀ ਤੁਹਾਨੂੰ ਗਰੰਟਿਡ ਇਨਕਮ ਨਾਲ ਦੀ ਨਾਲ ਦੇ ਦੇ ਮੋਹਾਲੀ ਚੰਡੀਗੜ੍ਹ ਜ਼ੀਰੋਪੁਰ ਖਰੜ ਦੇ ਵਿੱਚ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 89360 5 times 0 99360 5 ਵਾਰੀ 0 ਜੀ ਅਤੇ 98555 55960 ਅਤੇ 98555 40009
ਅਕਾਲ ਟਰੱਕ ਐਂਡ ਟ੍ਰੇਲਰ ਹੁਣ ਆਪਣੀ ਨਵੀਂ ਲੋਕੇਸ਼ਨ 'ਤੇ ਸ਼ਿਫਟ ਹੋ ਗਏ ਨੇ ਜੀ। ਪਹਿਲੀਆਂ ਵਾਲੀਆਂ ਸਹੂਲਤਾਂ ਤੋਂ ਇਲਾਵਾ ਜੋ ਸਰਵਿਸਿਜ਼ ਪਹਿਲਾਂ ਪ੍ਰੋਵਾਈਡ ਕਰਦੇ ਸੀ, ਜਿਸ ਤਰ੍ਹਾਂ ਵਿੰਡ ਸਕਰੀਨ ਚੇਂਜ, ਡਿਫਰੈਂਸ਼ੀਅਲ, ਬ੍ਰੇਕਸ, ਗੇਅਰ, ਇੰਜਨ ਓਵਰਹਾਲਿੰਗ, DOT ਸੇਫਟੀ ਤੋਂ ਇਲਾਵਾ ਹੁਣ ਤੁਹਾਨੂੰ ਇੱਥੇ ਕੁਇਕ ਟਰੱਕ ਲਿਊਬ ਦੇ ਨਾਲ ਵਾਸ਼ ਅਤੇ ਪਾਰਕਿੰਗ ਦੀ ਸਹੂਲਤ ਵੀ ਉਪਲਬਧ ਹੈ। ਸੰਪਰਕ ਕਰ ਸਕਦੇ ਹੋ ਬਲਤੇਜ ਸਿੰਘ ਪਨੇਸਰ ਹੋਰਾਂ ਨਾਲ 2044592000। ਇਹਨਾਂ ਦੀ ਲੋਕੇਸ਼ਨ ਹੈ ਜੀ 82 ਰੇਨਮ ਡਰਾਈਵ, ਫਾਰਮਰ ਰੋਡ, ਵਿਨੀਪੈਗ, ਮੈਨੀਟੋਬਾ। ਅਤੇ ਓਨਰ, ਆਪਰੇਟਰ ਅਤੇ ਡਰਾਈਵਰ ਜੋ ਬੜਾ ਲੰਮਾ ਨਹੀਂ ਚੱਲਣਾ ਚਾਹੁੰਦੇ, ਲੌਂਗ ਹਾਲ ਨਹੀਂ ਜਾਣਾ ਚਾਹੁੰਦੇ, ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਅਤੇ ਇਨਕਮ ਵੀ ਚੰਗੀ ਪਾਉਣੀ ਚਾਹੁੰਦੇ ਨੇ, ਤਾਂ ਸੰਪਰਕ ਕਰ ਸਕਦੇ ਹੋ ਜੀ ਤੁਸੀਂ ਸੈਟਲ ਦੇ ਵਿੱਚ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨੂੰ 206 354 4060 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਅੱਜ ਦੀ ਸਭ ਤੋਂ ਤਾਜ਼ਾ ਖਬਰ ਮੁਖਤਾਰ ਅੰਸਾਰੀ ਦੇ ਉੱਤੇ ਮੀਡੀਆ ਨੇ ਕਾਫੀ ਫੋਕਸ ਕੀਤਾ ਹੋਇਆ। ਵੈਸੇ ਆਮ ਲੋਕਾਂ ਦੀ ਵੀ ਨਿਗਾਹ ਹੈ ਕਿ ਯੂਪੀ ਸਰਕਾਰ ਕੀ ਕਰ ਸਕਦੀ ਹੈ। ਜੇਲ੍ਹ ਤਬਦੀਲੀ ਹੋਈ ਹੈ ਜੀ, ਹਜੇ ਤੱਕ ਕਿਵੇਂ ਲੈ ਕੇ ਜਾਣਗੇ, ਲੈ ਤਾਂ ਗਏ ਪਰ ਪਤਾ ਨਹੀਂ ਹਜੇ ਮੀਡੀਆ ਨੇ ਅੱਗੇ ਅਪਡੇਟਸ ਕੀ ਆਈਆਂ। ਕਹਿੰਦੇ ਰੂਟ ਵੀ ਕਈ ਇਹਨਾਂ ਨੇ ਸ਼ਾਰਟ ਲਿਸਟ ਕੀਤੇ ਸੀ। ਬਿਲਕੁਲ ਜੀ, ਸੁਪਰੀਮ ਕੋਰਟ ਦਾ ਹੁਕਮ ਸੀ ਕਿ 8 ਅਪ੍ਰੈਲ ਤੋਂ ਪਹਿਲਾਂ ਮੁਖਤਾਰ ਅੰਸਾਰੀ ਨੂੰ ਯੂਪੀ ਭੇਜਿਆ ਜਾਵੇ ਜੀ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਗ੍ਰਹਿ ਵਿਭਾਗ ਨੇ ਯੂਪੀ ਦੇ ਜਿਹੜੇ ਗ੍ਰਹਿ ਸਕੱਤਰ ਆ ਉਹਨਾਂ ਨੂੰ ਇੱਕ ਚਿੱਠੀ ਲਿਖ ਦਿੱਤੀ ਸੀ ਕਿ ਤੁਰੰਤ ਆ ਕੇ ਭਾਈ ਆਪਣੇ ਬੰਦੀ ਨੂੰ ਲੈ ਜਾਓ ਜੀ। ਸੁਪਰੀਮ ਕੋਰਟ ਦੇ ਹੁਕਮ ਦੀ ਅਸੀਂ ਪਾਲਣਾ ਕਰਨੀ ਚਾਹੁੰਦੇ ਹਾਂ। ਔਰ ਉਹ ਤੋਂ ਬਾਅਦ ਫਿਰ ਉਹਨੂੰ ਲੈਣ ਵਾਸਤੇ ਅੱਜ ਕਿਹਾ ਗਿਆ ਕਿ 100 ਦੇ ਕਰੀਬ ਪੁਲਿਸ ਵਾਲੇ ਤੇ ਨਾਲ ਕਈ ਅਫਸਰ ਜੀ, ਇੱਕ ਐਂਬੂਲੈਂਸ ਦੀ ਗੱਡੀ ਜਿਹਦੇ ਵਿੱਚ ਡਾਕਟਰਾਂ ਵਗੈਰਾ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਕਿਉਂਕਿ ਪੰਜਾਬ ਦੇ ਵਿੱਚ ਜੇ ਉਹਨੂੰ 2 ਸਾਲ ਦੇ ਕਰੀਬ ਰੱਖਿਆ ਸੀ ਤੇ ਯੂਪੀ ਪੁਲਿਸ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ ਕਿ ਸਾਡੇ ਹਵਾਲੇ ਕਰੋ, ਤਾਂ ਉਦੋਂ ਪੰਜਾਬ ਸਰਕਾਰ ਦਾ ਇਹ ਕਹਿਣਾ ਸੀ ਕਿ ਇਹ ਬੰਦਾ ਫਿਜ਼ੀਕਲੀ ਠੀਕ ਨਹੀਂ, ਸਰੀਰਕ ਤੌਰ 'ਤੇ ਠੀਕ ਨਹੀਂ ਜੀ, ਡਾਕਟਰਾਂ ਦੀ ਨਜ਼ਰ ਦੇ ਵਿੱਚ ਇਹ ਬਿਮਾਰ ਆ ਔਰ ਬਿਮਾਰ ਬੰਦੇ ਨੂੰ ਇਸ ਤਰ੍ਹਾਂ ਸ਼ਿਫਟ ਨਹੀਂ ਕੀਤਾ ਜਾ ਸਕਦਾ। ਮੁਖਤਾਰ ਅੰਸਾਰੀ ਨੇ ਵੀ ਆਪਦੀ ਪਟੀਸ਼ਨ ਦਾਇਰ ਕੀਤੀ ਸੀ। ਉਹਨੇ ਵੀ ਕਿਹਾ ਸੀ ਕਿ ਮੈਨੂੰ ਯੂਪੀ 'ਚ ਨਾ ਭੇਜਿਆ ਜਾਵੇ ਜੀ, ਮੇਰੇ ਕੇਸ ਦੀ ਟ੍ਰਾਇਲ ਜਿਹੜੀ ਹੈਗੀ ਆ ਉਹ ਭਾਵੇਂ ਦਿੱਲੀ ਕਰਵਾ ਲਓ, ਸਾਰੇ ਕੇਸ ਤੁਸੀਂ ਇੱਥੇ ਮੰਗਵਾ ਲਓ, ਅਤੇ ਉੱਥੇ ਮੇਰੇ ਲਈ ਮਾਹੌਲ ਠੀਕ ਨਹੀਂ ਜੀ। ਕਿਉਂਕਿ ਜਿਸ ਬਾਂਦਾ ਜੇਲ੍ਹ ਦੇ ਵਿੱਚ ਲੈ ਕੇ ਜਾ ਰਹੇ ਹੈ ਉਸ ਬਾਂਦਾ ਜੇਲ੍ਹ ਦੇ ਵਿੱਚ ਜਿਹੜੇ ਉਹਦੇ ਵਿਰੋਧੀ ਗੈਂਗਸਟਰ ਹੈ ਉਹ ਵੀ ਬੈਠੇ ਹੈ ਜੀ। ਪਹਿਲਾਂ ਵੀ ਉਹਦੇ 1-2 ਵਿਅਕਤੀਆਂ ਦਾ ਕਤਲ ਹੋ ਗਿਆ ਸੀ ਔਰ ਯੂਪੀ ਦੀਆਂ ਜੇਲ੍ਹਾਂ ਦੇ ਵਿੱਚ ਕਤਲ ਹੋਣਾ ਕੋਈ ਅਸਾਧਾਰਨ ਗੱਲ ਨਹੀਂ, ਸਧਾਰਨੀ ਆਮ ਹੀ ਗੱਲ, ਸਧਾਰਨੀ ਉੱਥੇ ਸਾਰਾ ਕੁਝ ਹੋ ਜਾਂਦਾ ਹੈ। ਲੇਕਿਨ ਸੁਪਰੀਮ ਕੋਰਟ ਨੇ ਉਹਦੀ ਇਸ ਗੱਲ ਨੂੰ ਨਹੀਂ ਮੰਨਿਆ ਅਤੇ ਕੰਸਟੀਟਿਊਸ਼ਨ ਦੀ ਧਾਰਾ 142 ਜੀ, ਜਿਹੜੀਆਂ ਸਪੈਸ਼ਲ ਪਾਵਰਾਂ ਉਹਦਾ ਇਸਤੇਮਾਲ ਕਰਦਿਆਂ ਹੋਇਆ ਕਹਿਤਾ ਕਿ ਤੈਨੂੰ ਜਾਣਾ ਹੀ ਪਊਗਾ। ਪਰ ਸੁਪਰੀਮ ਕੋਰਟ ਦੀ ਮਜਬੂਰੀ ਬਣ ਗਈ ਇਹ ਕਹਿਣ ਵਾਸਤੇ ਕਿ ਇਹਦੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ। ਹੁਣ ਸਿਕਿਉਰਿਟੀ ਦਾ ਪ੍ਰਬੰਧ ਹੋ ਗਿਆ, ਗੱਡੀ ਲੈਣ ਵਾਸਤੇ ਆ ਗਈ। ਸਵੇਰੇ ਸੁਬਾਹ ਪਹਿਲਾਂ ਪੁਲਿਸ ਲਾਈਨ ਆਏ, ਪੁਲਿਸ ਲਾਈਨ ਦੇ ਵਿੱਚੋਂ ਲਿਖਤ ਪੜ੍ਹਤ ਕਰਕੇ ਉਹਨਾਂ ਨੇ ਆਪਣੀ ਨਾਲ ਜਿਹੜੀ ਫੋਰਸ ਵਗੈਰਾ ਲੈਣੀ ਸੀ, ਮਦਦ ਲੈਣੀ ਸੀ। ਫਿਰ ਰੋਪੜ ਜੇਲ੍ਹ 'ਚ ਆਏ ਅਤੇ ਰੋਪੜ ਜੇਲ੍ਹ ਦੇ ਵਿੱਚੋਂ ਦੁਪਹਿਰਕ ਵੇਲੇ ਉਹਨੂੰ ਲੈ ਕੇ ਨਿਕਲ ਗਏ। ਰਸਤਾ ਕਿਹੜਾ ਅਡੋਪਟ ਕਰਨਾ ਇਹਦੇ ਬਾਰੇ ਕਹਿੰਦੇ ਪਹਿਲਾਂ ਹੀ ਉਹਨਾਂ ਨੇ ਇੱਕ ਯੋਜਨਾ ਬਣਾਈ ਸੀ ਕਿ 3 ਰਸਤੇ ਜਿਹੜੇ ਹੈ ਉਹ ਤਲਾਸ਼ੀ ਸੀ ਕਿ ਕਿੱਧਰ ਦੀ ਠੀਕ ਰਹੂਗਾ, ਨੇੜੇ ਕਿੱਧਰ ਦੀ ਰਹੂਗਾ, ਕਿਤੇ ਅਟੈਕ ਨਾ ਹੋ ਜੇ, ਅਟੈਕ ਤੋਂ ਕਿਵੇਂ ਬਚਣੇ। ਕਿਹਾ ਜਾਂਦਾ ਕਿ ਉਹਨੂੰ ਐਂਬੂਲੈਂਸ ਗੱਡੀ ਦੇ ਵਿੱਚ ਕਾਰ ਦਰਮਿਆਨ ਹੋਊਗਾ ਅਤੇ ਅੱਗੇ ਪਿੱਛੇ ਜਿਹੜੀਆਂ ਗੱਡੀਆਂ ਹੋਣਗੀਆਂ। ਇਸੇ ਸਮੇਂ ਦੌਰਾਨ ਮੁਖਤਾਰ ਅੰਸਾਰੀ ਦੀ ਵਾਈਫ ਨੇ ਅੱਜ ਫਿਰ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਤੀ ਜੀ ਔਰ ਉਹਨੇ ਕਿਹਾ ਕਿ ਮੇਰੇ ਇੱਕ ਹਸਬੈਂਡ ਦੀ ਜਿਹੜੀ ਹੈਗੀ ਹੈ ਜਾਨ ਦੀ ਸੁਰੱਖਿਆ ਲਈ ਪ੍ਰੋਪਰ ਹਦਾਇਤਾਂ ਕੀਤੀਆਂ ਜਾਣ ਯੂਪੀ ਸਰਕਾਰ ਨੂੰ। ਨਾਲ ਉਹਦਾ ਇਹ ਵੀ ਕਹਿਣਾ ਕਿ ਜੇਲ੍ਹ ਦੇ ਵਿੱਚ ਵੀ ਇਹਨੂੰ ਖਤਮ ਕੀਤਾ ਜਾ ਸਕਦਾ, ਇਹਨੂੰ ਰਸਤੇ 'ਚ ਵੀ ਖਤਮ ਕੀਤਾ ਜਾ ਸਕਦਾ, ਇੱਥੋਂ ਤੱਕ ਕਿ ਜਦੋਂ ਇਹਨੂੰ ਪੇਸ਼ੀ 'ਤੇ ਲੈ ਜਾਇਆ ਜਾਊਗਾ ਉਦੋਂ ਵੀ ਇਸ ਬੰਦੇ ਦਾ ਕਤਲ ਹੋ ਸਕਦਾ ਹੈ। ਇਹ ਪਟੀਸ਼ਨ ਦੇ ਉੱਤੇ ਹੁਣ ਸੁਪਰੀਮ ਕੋਰਟ ਕੀ ਫੈਸਲਾ ਲੈਂਦੀ ਹੈ, ਅੱਜ ਸੁਣਵਾਈ ਹੁੰਦੀ ਹੈ ਨਹੀਂ ਹੁੰਦੀ ਹੈ ਇਹ ਵੱਖਰੀ ਗੱਲ ਹੈ। ਲੇਕਿਨ ਜਦੋਂ ਖਬਰਾਂ ਚੱਲ ਰਹੀਆਂ ਸੀ TV ਚੈਨਲਾਂ ਦੇ ਉੱਤੇ, ਸੋਸ਼ਲ ਮੀਡੀਆ ਦੇ ਨਾਲ ਦੀ ਨਾਲ ਹੀ ਕਮੈਂਟ ਆ ਰਹੇ ਸੀ ਲੋਕਾਂ ਦੇ ਜੀ, ਅਤੇ ਬਹੁਤ ਕਿਸਮ ਦੇ ਕਮੈਂਟ ਆ ਰਹੇ ਸੀ। ਕੋਈ ਕਹਿ ਰਿਹਾ ਸੀ ਤੋਂ ਲੈਣਾ ਕੀ ਹੈ, ਇਹਨੂੰ ਖਤਮ ਕਰ ਦੇਣਾ ਚਾਹੀਦਾ, ਕੋਈ ਕਹਿ ਰਿਹਾ ਸੀ ਵਿਕਾਸ ਦੁਬੇ ਵਾਲੀ ਗੱਲਬਾਤ ਕਰ ਦੇਣੀ ਚਾਹੀਦੀ ਹੈ। ਕਿਸੇ ਦੇ ਇਹ ਵਿਚਾਰ ਸੀ, ਜ਼ਿਆਦਾਤਰ ਭਗਤ ਵੀ ਬਹੁਤ ਜ਼ਿਆਦਾ ਸੀ, ਭਗਤ ਇਹ ਕਹਿ ਰਹੇ ਸੀ। ਕਿਸੇ ਦਾ ਇਹ ਵਿਚਾਰ ਸੀ ਕਿ ਜਦੋਂ ਬੰਦੇ ਨੂੰ ਜੋਗੀ ਦੇ ਹਵਾਲੇ ਕਰਤਾ ਤਾਂ ਉਹਦੇ ਬਚਣ ਦਾ ਚਾਂਸ ਹੀ ਕੋਈ ਨਹੀਂ। ਔਰ ਇੱਕ ਜਿਹੜਾ ਹੈਗਾ ਲਿਸਨਰ
ਜੀ ਉਹਦੇ ਤੇ ਕਮਾਲ ਦੀ ਗੱਲ ਕੀਤੀ ਹੈ। ਉਹਨੇ ਕਿਹਾ ਕਿ ਐਤਕੀ ਗੱਡੀ ਪਲਟਾਉਣ ਦੀ ਲੋੜ ਨਹੀਂ ਪੈਣੀ ਔਰ ਮੁਖਤਾਰ ਅਨਸਾਰੀ ਗੱਡੀ ਦੇ ਵਿੱਚ ਹੋਊਗਾ ਤੇ ਫਿਰ ਕਹਿਣਗੇ, ਕਿਉਂਕਿ ਮੁਖਤਾਰ ਅਨਸਾਰੀ ਬਿਮਾਰ ਹੈ ਔਰ ਬਿਮਾਰ ਹੋਣ ਦੀ ਵਜ੍ਹਾ ਕਾਰਨ ਉਹਨੂੰ ਇੱਕ ਚੇਅਰ ਦੇ ਉੱਤੇ ਬਿਠਾਇਆ ਹੋਇਆ ਹੈ ਜੀ। ਤੇ ਉਹ ਕਹਿੰਦੇ ਵੀ ਫਿਰ ਇੱਕ ਥਾਂ ਦੇ ਉੱਤੇ ਰਾਹ ਦੇ ਵਿੱਚ ਗੱਡੀ ਰੁਕੂਗੀ, ਗੱਡੀ ਨੂੰ ਅੱਗ ਲੱਗੂਗੀ ਤੇ ਬਹਾਨਾ ਇਹ ਕੀਤਾ ਜਾਊਗਾ ਕਿ ਬਾਕੀ ਤਾਂ ਸਾਰੇ ਨਿਕਲ ਗਏ ਸੀ ਤੇ ਮੁਖਤਾਰ ਅਨਸਾਰੀ ਕਿਉਂਕਿ ਚੇਅਰ ਤੇ ਬੈਠਾ ਸੀ, ਜੀ ਬਿਮਾਰ ਸੀ ਤੇ ਬਿਮਾਰ ਬੰਦੇ ਨੂੰ ਮੌਕਾ ਨਹੀਂ ਮਿਲਿਆ, ਉਹਨੇ ਨਹੀਂ ਨਿਕਲਣਾ। ਉਹਦੀ ਹੋਣੀ ਕੀ ਹੋਣੀ ਹੈ ਇਹ ਤਾਂ ਆਪਾਂ ਨੂੰ ਕੋਈ ਪਤਾ ਨਹੀਂ। ਵੈਸੇ ਉਹ ਢਿੱਲੋਂ ਸਾਹਿਬ ਵੇਖੀ ਅੰਦਾਜ਼ਾ ਲਾਈਏ ਤਾਂ ਤਕਰੀਬਨ 900 ਕਿਲੋਮੀਟਰ ਦਾ ਸਫ਼ਰ ਬਣ ਜਾਂਦਾ ਜੀ ਰੋਪੜ ਤੋਂ। ਹਾਂਜੀ, ਹੁਣ ਜਿਵੇਂ ਤੁਸੀਂ ਰਸਤਿਆਂ ਦੀ ਗੱਲ ਕੀਤੀ ਹੈ, ਰਸਤੇ ਤਾਂ ਜਿਵੇਂ ਅੱਜ ਬਠਿੰਡੇ ਦੇ ਵਿੱਚ ਵੀ ਚਰਚਾ ਸੀਗੀ ਕਿ ਬਠਿੰਡੇ ਵੀ ਇਹਨਾਂ ਦੀ ਪੁਲਿਸ ਬੜੀ ਫਿਰਦੀ ਸੀ ਯੂਪੀ ਵਾਲਿਆਂ ਦੀ। ਹਾਂਜੀ, ਸੋ ਇੱਥੋਂ ਜਿਹੜੀ ਹੈਗੀ ਆ ਆਪਣੀ ਪੁਲਿਸ ਜਿਹੜੀ ਹੈ ਜੇ ਜੈਪੁਰ ਦੇ ਵਿੱਚ ਦੀ ਵੀ ਹੋ ਜੇ ਤਾਂ ਵੀ ਹੋ ਸਕਦਾ, ਕਿਉਂਕਿ ਜੈਪੁਰ ਤੋਂ ਗਵਾਲੀਅਰ ਤੋਂ ਬਾਂਦਾ ਵੀ ਹੋ ਸਕਦੀ ਹੈ ਜੀ, ਹੇਠਾਂ ਦੀ ਨਿਕਲ ਕੇ ਜਾ ਸਕਦੇ ਨੇ। ਜਿਹੜਾ ਸਿੱਧਾ ਰੂਟ ਆ ਉਹ ਤਾਂ ਆਗਰਾ, ਇਟਾਵਾ ਤੇ ਬਾਂਦਾ ਜਿਹੜਾ ਹੈਗਾ ਉਹ ਬਣਦਾ ਸਿੱਧਾ। ਪਰ ਮੇਰਾ ਖਿਆਲ ਹੈ ਵੀ ਸਿੱਧਾ ਉਹ ਲੈ ਕੇ ਨਹੀਂ ਜਾਣਗੇ, ਕਿਉਂਕਿ ਉਹਨਾਂ ਨੂੰ ਇੱਕ ਸਿੱਧੇ 'ਚ ਅਟੈਕ ਹੋ ਸਕਦਾ ਹੈ ਜੀ। ਟੇਢੇ ਰੂਟ ਦੇ ਰਾਹੀਂ ਅਟੈਕ ਨਹੀਂ ਹੋ ਸਕਦਾ। ਐਸੀ ਵੀ ਗੱਲ ਵੀ ਕੋਈ ਨਹੀਂ। ਜੇ ਸਰਕਾਰ ਦੀ ਮਰਜ਼ੀ ਹੋਵੇ, ਸਿਕਿਉਰਿਟੀ ਫੋਰਸਸ ਦੀ ਮਰਜ਼ੀ ਹੋਵੇ ਤਾਂ ਅਟੈਕ ਕੋਈ ਐਡਾ ਸੌਖਾ ਨਹੀਂ। ਜੇ ਬੰਦੇ ਨੂੰ ਪ੍ਰੋਪਰ ਪ੍ਰੋਟੈਕਸ਼ਨ ਦੇਣੀ ਹੋਵੇ ਤਾਂ ਦਿੱਤੀ ਜਾ ਸਕਦੀ, ਕੋਈ ਖਾਸ ਗੱਲ ਨਹੀਂ। ਵੈਸੇ ਵੀ ਜੇ ਆਪਾਂ ਗੱਲ ਦੇਖੀਏ ਤਾਂ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅੱਜ ਹੀ ਲੈ ਕੇ ਜਾਣਾ ਉਹਨੂੰ ਜੀ। 8 ਤਾਰੀਖ ਤੋਂ ਪਹਿਲਾਂ ਉਹ ਤੋਂ ਵਾਪਸ ਲੈਣਾ ਸੀ। ਰਸਤੇ ਦੇ ਵਿੱਚ ਕਿਸੇ ਵੀ ਹਵਾਲਾਤ 'ਚ ਉਹਨੂੰ ਬੰਦ ਕਰ ਸਕਦੇ। ਮਿਸਾਲ ਦੇ ਤੌਰ ਤੇ ਰਾਜਸਥਾਨ ਜਾਣਾ, ਤੁਸੀਂ ਕਹਿੰਦੇ ਜੈਪੁਰ ਵੀ ਨਹੀਂ ਜਾਣਾ, ਜੈਪੁਰ ਦੇ ਜਾ ਕੇ ਕਿਸੇ ਵੀ ਥਾਣੇ 'ਚ ਬੰਦ ਕਰ ਸਕਦੇ। ਠੀਕ ਹੈ, ਉੱਥੇ ਜਿਹੜੀ ਪ੍ਰੋਪਰ ਸਿਕਿਉਰਿਟੀ ਤੜਕੇ ਅਰਲੀ ਇਨ ਦੀ ਮਾਰਨਿੰਗ ਲੈ ਕੇ ਨਿਕਲ ਜਾਣ। ਪਰ ਜੇ ਬੰਦੇ ਨੂੰ ਮਰਵਾਉਣਾ ਹੋਵੇ ਤਾਂ ਫਿਰ ਕਈ ਫਿਰ ਕਹਿੰਦੇ ਜੀ ਹੁਣ ਇਹ ਵੀ ਹੋ ਗਿਆ ਸੀ ਤਾਂ ਇੱਧਰ ਦੀ ਵੀ ਲੈ ਕੇ ਆ ਰਹੇ ਸਾਂ। ਇਹ ਆਪਦੀ ਥਾਂ ਤੇ ਦੇਖ। ਵੈਸੇ ਜੇ ਮੁਖਤਾਰ ਬਾਰੇ ਆਪਾਂ ਗੱਲ ਕਰੀਏ ਤਾਂ ਠੀਕ ਹੈ, ਮੁਖਤਾਰ ਅਨਸਾਰੀ ਨੂੰ ਆਪਾਂ ਗੈਂਗਸਟਰ ਕਹਿ ਦਿੰਦੇ ਹਾਂ। ਮੇਰੀ ਨਜ਼ਰ ਦੇ ਵਿੱਚ ਤਾਂ ਕੋਈ ਪੋਲੀਟੀਕਲ ਬੰਦਾ ਦੱਸੋ ਜਿਹੜਾ ਗੈਂਗਸਟਰ ਨਹੀਂ ਹੈਗਾ। ਗੈਂਗਸਟਰ ਕੀ ਹੁੰਦੇ ਆ? ਗੈਂਗਸਟਰ ਇਹ ਹੁੰਦੇ ਆ ਕਿ ਜਿਹੜੇ ਮਤਲਬ ਆਪਣੇ ਬਾਹੂਬਲ ਦੇ ਨਾਲ ਸਾਰਾ ਕੁਝ ਕਰਦੇ ਆ ਜੀ। ਮੁਖਤਾਰ ਅਨਸਾਰੀ ਹੋਰੀ ਜਿਹੜੇ ਹੈਗੇ ਆ ਇਹ ਵੀ ਤਾਂ ਪੋਲੀਟੀਕਲ ਬੰਦੇ ਸੀ। ਜੇ ਮੁਖਤਾਰ ਦੀ ਗੱਲ ਕਰੀਏ ਤਾਂ ਮੁਖਤਾਰ ਦਾ ਦਾਦਾ ਤਾਂ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਰਿਹਾ 27-28 ਦੇ ਵਿੱਚ। ਉਹਦੇ ਨਾਂ ਦੇ ਉੱਤੇ ਦਿੱਲੀ ਦੇ ਵਿੱਚ ਇੱਕ ਬਣੀ ਹੋਈ ਹੈ ਸੜਕ ਬਣੀ ਹੋਈ ਹੈ ਜਿਹਦਾ ਨਾਂ ਅਨਸਾਰੀ ਰੋਡ ਹੈ। ਔਰ ਹਾਮਦ ਅਨਸਾਰੀ, ਇਹ ਹਾਮਦ ਅਨਸਾਰੀ ਵੀ ਰਿਸ਼ਤੇ 'ਚ ਉਹਦਾ ਚਾਚਾ ਲੱਗਦਾ, ਜਿਹੜਾ ਪਿਛਲੇ ਦਿਨਾਂ ਤੱਕ ਵਾਈਸ ਪ੍ਰੈਜ਼ੀਡੈਂਟ ਤੱਕ ਰਿਹਾ ਹੈ। ਆਪ ਵੀ ਉਹ ਜੇਲ੍ਹ ਦੇ ਵਿੱਚ ਬੈਠਾ ਹੋਣ ਦੇ ਬਾਵਜੂਦ 15 ਸਾਲਾਂ ਜੇਲ੍ਹ 'ਚ ਬੈਠਾ, ਇਹਦੇ ਬਾਵਜੂਦ ਵੀ ਉਹ ਜਿੱਦਾਂ ਹੈ। ਉਹਦਾ ਭਰਾ ਵੀ ਗਾਜ਼ੀਪੁਰ ਤੋਂ ਜਿਹੜਾ ਹੈਗਾ ਪਾਰਲੀਮੈਂਟ ਦਾ ਮੈਂਬਰ ਹੈ ਜੀ। ਠੀਕ ਹੈ ਨਾ। ਇਸ ਕਰਕੇ ਪੋਲੀਟੀਕਲ ਬੰਦੇ ਤਾਂ ਉਹ ਵੀ ਹੈਗੇ ਉੱਥੇ, ਕਿਉਂਕਿ ਸਿੱਧੇ ਤੌਰ ਦੇ ਉੱਤੇ ਉਹਦਾ ਨਾਂ ਆ ਗਿਆ। ਤੇ ਸਾਡੇ ਪੋਲੀਟੀਕਲ ਬੰਦੇ ਆ ਜਿਹੜੇ, ਉਹ ਕਿਹੜਾ ਲੀਡਰ ਹੈ ਜਿਹਨੇ ਗੈਂਗਸਟਰਾਂ ਨੂੰ ਨਹੀਂ ਪਾਲਿਆ? ਹੁਣ ਇਲਜ਼ਾਮ ਲੱਗ ਰਹੇ ਹੈ। ਕੱਲ ਰੈਲੀਆਂ ਹੋਈਆਂ ਵੱਖ-ਵੱਖ ਥਾਵਾਂ ਤੇ, ਬੀਬੀ ਵੀ ਬੋਲੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਬੋਲੇ ਵੀ ਵੇਖੋ ਜੀ ਕੈਪਟਨ ਅਮਰਿੰਦਰ ਸਿੰਘ ਗੈਂਗਸਟਰਾਂ ਨੂੰ ਰੱਖੀ ਬੈਠਾ। ਤੇ ਯਾਦ ਕਰੋ ਤੁਸੀਂ ਵੀ ਜਿਹੜਾ ਸਭ ਤੋਂ ਪਹਿਲਾ ਗੈਂਗਸਟਰ ਪੰਜਾਬ 'ਚ ਆਇਆ ਸੀ ਗੁਜਰਾਤ ਤੋਂ ਜੀ, ਉਹ ਸੀ ਡਿੰਪੀ ਪਰਮਜਿੰਦਰ ਸਿੰਘ, ਤੇ ਉਹ ਤਾਂ ਖਾਸ ਬੰਦਾ ਸੀ। ਮੁਖਤਾਰ ਅਨਸਾਰੀ ਦੀ ਮੁੱਛ ਦਾ ਵਾਲ ਸੀ, ਉਹਨੂੰ ਲੰਬੀ ਵਾਲੇ ਕੇਸ 'ਚ ਕੌਣ ਲੈ ਕੇ ਆਇਆ ਸੀ? ਹੁਣ ਤਾਂ ਇਹ ਬਾਦਲ ਪਰਿਵਾਰ ਹੀ ਲੈ ਕੇ ਆਇਆ ਸੀ। ਹਾਂ ਬਿਲਕੁਲ ਠੀਕ ਹੈ। ਇਸ ਕਰਕੇ ਕਹਿਣਾ ਬੜਾ ਸੌਖਾ ਹੁੰਦਾ ਹੈ, ਕਮਾਉਣਾ ਬਹੁਤ ਔਖਾ ਹੁੰਦਾ ਵੀ ਇਹ ਤਾਂ ਜੀ ਗੈਂਗਸਟਰ ਹੈ। ਗੈਂਗਸਟਰ ਤਾਂ ਜਿਹੜਾ ਰਾਜਨੀਤੀ ਚ ਪੈ ਗਿਆ ਗੈਂਗ, ਉਹ ਹੈ ਕੋਈ ਸਿੱਧੇ ਹੱਥ ਨਾਲ ਉਂਗਲ ਨਾਲ ਘਿਓ ਕੱਢ ਲੈਂਦਾ, ਕੋਈ ਟੇਢੀ ਕੱਢ ਲੈਂਦਾ। ਠੀਕ ਹੈ ਨਾ। ਇਹ ਗੈਂਗਸਟਰਾਂ ਨੂੰ ਇਸਤੇਮਾਲ ਕਰਦੇ ਪਤਾ ਹੀ ਆਪਾਂ ਨੂੰ। ਹੁਣ ਤੁਸੀਂ ਦੇਖੋ ਇੱਥੇ ਕਿੰਨੇ ਗੈਂਗਸਟਰ, ਬਠਿੰਡੇ ਦੇ ਆਲੇ ਦੁਆਲੇ ਦੇਖੋ ਕਿੰਨਿਆਂ ਦੇ ਗਲਾਂ ਦੇ ਵਿੱਚ ਸਰੋਪੇ ਪਾਏ ਸੀ, ਵੱਡੇ ਫੰਕਸ਼ਨ ਕਰਕੇ ਸਰੋਪੇ ਪਾਏ ਹੋਏ ਸੀ। ਸੋ ਇਹ ਗੱਲਾਂ ਹੁੰਦੀਆਂ। ਪਰ ਇਹ ਹੈ ਇੱਕ ਅਨਸਾਰੀ ਬਾਰੇ ਮੰਨਣਾ ਪੈਣਾ ਹੈ ਕਿ ਅਨਸਾਰੀ ਨੂੰ ਉਹਦੇ ਇਲਾਕੇ ਦੇ ਲੋਕ ਜਿਹੜੇ ਹੈਗੇ ਉਹ ਦੇਵਤਾ ਮੰਨਦੇ ਜੀ। 15 ਸਾਲਾਂ ਤੋਂ ਬੰਦਾ ਜਿੱਦਾਰ ਹੈ, ਕੋਈ ਤਾਂ ਗੱਲ ਹੈ। ਔਰ ਉਹਨੂੰ ਇਹ ਕਿਹਾ ਜਾਂਦਾ ਕਿ ਜੇ ਉਹ ਅਮੀਰਾਂ ਦੀ ਲੁੱਟਮਾਰ ਕਰਦਾ, ਪੈਸਾ ਕਮਾਉਂਦਾ, ਤੇ ਗਰੀਬਾਂ ਦੇ ਉੱਤੇ ਪੈਸਾ ਪਾਣੀ ਨੂੰ ਬਹਾਉਂਦਾ ਵੀ ਹੈ ਜੀ। ਜਿਹੜੀ ਉਹਦੇ ਹਲਕੇ ਦੀਆਂ ਰਿਪੋਰਟਾਂ ਆ ਰਹੀਆਂ, ਕਹਿੰਦੇ ਜਿਹੜੇ ਆਮ ਗਰੀਬ ਗੁਰਬਾ ਬੰਦਾ ਉਹ ਤਾਂ ਮੁਖਤਾਰ ਨੂੰ ਪੁੱਛਦਾ। ਔਰ ਜਿੰਨੀ ਜਿਹੜੀ ਉਹਨੂੰ MLA ਦੀ ਗ੍ਰਾਂਟ ਮਿਲਦੀ ਹੈ ਡਿਵੈਲਪਮੈਂਟ ਵਾਸਤੇ ਜੀ, ਆਪਣੇ ਤਾਂ ਸ਼ਾਇਦ ਉਸ ਤਰ੍ਹਾਂ ਨਹੀਂ ਮਿਲਦੀਆਂ, ਪਰ ਇਹ ਯੂਪੀ ਦੇ ਵਿੱਚ ਚੱਲਣ ਹੈਗਾ। ਉਹ ਕਹਿੰਦੇ ਜਿੰਨੀ ਉਹਦੀ ਆਪਣੀ ਸਰਕਾਰੀ ਗ੍ਰਾਂਟ ਨਾਲੋਂ ਕਈ ਗੁਣਾ ਜ਼ਿਆਦਾ ਉਹ ਆਪਦੇ ਹਲਕੇ ਦੇ ਉੱਤੇ ਡਿਵੈਲਪਮੈਂਟ ਦੇ ਕੰਮਾਂ ਤੇ ਲਾਉਂਦਾ। ਸੋ ਹੋ ਕੁਛ ਵੀ ਸਕਦਾ, ਪਰ ਕਿਉਂਕਿ ਮੁਖਤਾਰ ਅਨਸਾਰੀ ਬੀਜੇਪੀ ਦੀਆਂ ਖਾਸ ਕਰਕੇ ਜਿਹੜੇ ਜੋਗੀ ਆਦਿੱਤਿਆਨਾਥ ਆ, ਉਹਨਾਂ ਦੀਆਂ ਅੱਖਾਂ 'ਚ ਰੜਕਦਾ ਕਿਉਂ ਹੈ? ਇਹ ਵੀ ਕਹਿੰਦੇ ਕੋਈ ਇਹਨਾਂ ਦੀ ਪੁਰਾਣੀ ਲਾਗਡਾਟ ਵੀ ਹੈ। ਪੁਰਾਣੀ ਲਾਗਡਾਟ ਹੈ, ਕਿਉਂਕਿ ਉਹਦੇ ਤੇ ਇਲਜ਼ਾਮ ਇਹ ਹੈ ਮੁਖਤਾਰ ਅਨਸਾਰੀ ਦੇ ਵਿੱਚ ਕਿ ਉਹਨੇ ਕ੍ਰਿਸ਼ਨਾਨੰਦ ਰਾਏ ਜੀ, ਇੱਕ ਬੀਜੇਪੀ ਦਾ MLA ਹੁੰਦਾ ਸੀ। ਹਾਲਾਂਕਿ ਮੁਖਤਾਰ ਉਦੋਂ ਆਪ ਜੇਲ੍ਹ ਦੇ ਵਿੱਚ ਸੀ, ਲੇਕਿਨ ਬਾਹਰ ਉਹਦਾ ਕਤਲ ਹੋ ਗਿਆ ਸੀ। ਉਹ ਤੇ ਅਟੈਕ ਹੋਇਆ ਸੀ, ਸਾਲਟਾਂ ਦੀਆਂ ਗੋਲੀਆਂ ਦੇ ਨਾਲ ਮਾਰਿਆ ਗਿਆ ਸੀ, ਸੈਂਕੜੇ ਗੋਲੀਆਂ ਵੱਜੀਆਂ ਸੀ। ਉਹ ਸਮਝਦੇ ਕਿ ਉਹਦਾ ਕਤਲ ਜਿਹੜਾ ਹੈਗਾ ਉਹ ਮੁਖਤਾਰ ਅਨਸਾਰੀ ਨੇ ਕਰਵਾਇਆ ਸੀ। ਇਸ ਕਰਕੇ ਹੁਣ ਸਮਾਂ
ਵਕਤ ਉਹਨਾਂ ਦੇ ਕੋਲੇ ਹੈ ਤੇ ਉਹ ਅਗਲੇ ਕਹਿੰਦੇ ਵੀ ਆਪਾਂ ਆਪਣਾ ਫਿਰ ਇਹਦਾ ਬਦਲਾ ਲਈਏ। ਜੀ ਅੱਛਾ ਢਿੱਲੋਂ ਸਾਹਿਬ, ਤੁਸੀਂ ਇਹਨਾਂ ਦੀ ਗੱਲ ਕੀਤੀ ਆਪਾਂ ਯੂਪੀ ਦੇ ਮੁੱਖ ਮੰਤਰੀ ਸਾਹਿਬ ਜਨਾਬ ਯੋਗੀ ਜੀ, ਆਦਿੱਤਿਆਨਾਥ ਯੋਗੀ ਜੀ। ਮੈਂ ਤਾਂ ਸਮਝਦਾ ਸੀਗਾ ਕਿ ਬੰਦਾ ਪੜ੍ਹਿਆ ਲਿਖਿਆ ਤੇ ਆਪਣਾ ਧਾਰਮਿਕ ਪ੍ਰਵਿਰਤੀ ਵਾਲਾ ਬੰਦਾ ਹੈ। ਕਹਿੰਦੇ ਜ਼ਬਾਨ ਤਾਂ ਇਹਦੀ ਵੀ ਕਹਿੰਦੇ ਫਿਰ ਮਾੜੇ ਟਪੂਰੀ ਨਾਲ। ਦੇਖੋ ਦਾਨੇਲੀਆ ਸਾਹਿਬ, ਜਿਹੜੀ ਲਿਖਾਈ ਪੜ੍ਹਾਈ ਹੈ, ਹਾਂ, ਲਿਖਾਈ ਪੜ੍ਹਾਈ ਬੰਦੇ ਨੂੰ ਮੈਂ ਕਹਿ ਸਕਦਾ ਕਿ ਥੋੜ੍ਹਾ ਜਿਹਾ ਉਹਨੂੰ ਇੱਕ ਵੱਲ ਦੱਸ ਸਕਦੀ ਹੈ ਕਿ ਤੂੰ ਵਿਚਰਨਾ ਕਿਵੇਂ, ਲਿਖਣਾ ਪੜ੍ਹਨਾ ਤੂੰ ਹੈ, ਪਰ ਉਹਦਾ ਦਿਮਾਗ ਤਾਂ ਨਹੀਂ ਬਦਲ ਸਕਦੀ ਜੀ। ਪੜ੍ਹਾਈ ਲਿਖਾਈ ਦੇ ਮਾਮਲੇ 'ਚ ਦੇਖੀਏ ਤਾਂ ਯੋਗੀ ਆਦਿੱਤਿਆਨਾਥ ਮੇਰੇ ਖਿਆਲ ਮੁਤਾਬਕ ਸਾਇੰਸ ਦੇ ਗ੍ਰੈਜੂਏਟ ਹੈ। ਅੱਛਾ ਜੀ। ਔਰ ਇਹ ਇਸ ਚੱਕਰ ਦੇ ਵਿੱਚ ਪੈ ਗਏ ਸੀ, ਸਾਦਗਿਰੀ 'ਚ ਪੈ ਗਏ ਸੀ। ਅੱਜ ਕੱਲ੍ਹ ਇਹ ਸਾਧ ਹੈ, ਪਰ ਆਪਾਂ ਬਹੁਤ ਸਾਰੇ ਸਾਧੂ ਸੰਤ ਦੇਖੇ ਹੈ ਜੀ, ਜਦੋਂ ਬੋਲਦੇ ਆ ਕਈ ਵਾਰੀ ਬੜਾ ਕੱਬਾ ਬੋਲਦੇ ਹੈ। ਉਂਝ ਆਪਾਂ ਦੇਖੀਏ ਤਾਂ ਯੋਗੀ ਆਦਿੱਤਿਆਨਾਥ ਜਦੋਂ ਕੋਈ ਗੱਲ ਕਰਦਾ ਬੜੇ ਤਪਾਕ ਦੇ ਨਾਲ, ਬਹੁਤ ਹੀ ਮਤਲਬ ਜਿਹੜੀ ਹੈਗੀ ਹੈ ਸੋਹਣੇ ਲਫ਼ਜ਼ਾਂ ਦੇ ਨਾਲ ਗੱਲ ਸੰਬੋਧਨ ਕਰਦਾ ਹੈ ਜੀ। ਲੇਕਿਨ ਕਹਾਣੀ ਉਦੋਂ ਹੁੰਦੀ ਹੈ ਜਦੋਂ ਬੰਦੇ ਇਕੱਲੇ 1 to 1 ਹੋਣ। ਹੁਣ ਹੋਇਆ ਕੀ ਕਿ ਯੋਗੀ ਆਦਿੱਤਿਆਨਾਥ ਨੇ ਇੰਜੈਕਸ਼ਨ ਲਵਾਉਣਾ ਸੀ। ਅੱਛਾ ਜੀ। ਆ ਕੋਵਿਸ਼ੀਲਡ COVID-19 ਵਾਲਾ, ਉਹਦੇ ਵਾਸਤੇ ਉਹਨਾਂ ਨੇ ਗੱਲ ਕਰਨੀ ਸੀ ਤੇ ਗੱਲ ਕਰਨ ਵਾਸਤੇ ਚੁਣਿਆ ਕਿ ਉਹਨੂੰ ਅੱਜ ਕੱਲ੍ਹ ਪ੍ਰੈਸ ਕਾਨਫਰੰਸ ਨਹੀਂ ਕਰਦੇ ਭਾਰਤੀ ਜਨਤਾ ਪਾਰਟੀ। ਨਾ ਇੱਕ ਏਜੰਸੀ ਆ, ਬਸ ਉਹਨੂੰ ਸੱਦ ਲੈਂਦੇ। ਉਹ ਏਜੰਸੀ ਹੈ, ਮਤਲਬ ਜਿਵੇਂ PTI ਭਾਸ਼ਾ ਜਾਂ UNI ਵਗੈਰਾ ਏਜੰਸੀਆਂ ਹੁੰਦੀਆਂ ਸੀ, ਇੱਦਾਂ ਹੀ ਇੱਕ ਏਜੰਸੀ ਹੈ ਤੁਹਾਡੀ ਇਹ ANI ਜਿਹੜੀ ਤੁਹਾਡੀ ਇਹਨੂੰ ਕਹਾਂਗੇ ਇਲੈਕਟ੍ਰੋਨਿਕ ਮੀਡੀਆ ਦੀ ਹੈ। ਉਹ ਇਕੱਲੇ ਨੂੰ ਬੁਲਾ ਲੈਂਦੇ ਤੇ ਉਹ ਰਿਲੀਜ਼ ਕਰ ਦਿੰਦੀ ਹੈ ਆਪਣੀ। ਔਰ ਜਿਹੜੇ ਹੈ ਸਾਰੇ ਚੈਨਲਾਂ ਵਾਲੇ ਚੁੱਕ ਲੈਂਦੇ ਤੇ ਉਹਦੇ ਤੇ ਹੋ ਜਾਂਦੀ, ਨਾ ਰਹੇ ਬਾਂਸ ਤੇ ਨਾ ਵੱਜੇ ਬਾਂਸਰੀ, ਨਾ ਕੋਈ ਸਵਾਲ ਕਰੇ ਤੇ ਨਾ ਸਵਾਲਾਂ ਦੀ ਖਾਤਰ ਔਖਾ ਹੋਣਾ। ਉਹਦਾ ਕੈਮਰਾਮੈਨ ਹੀ ਜਾਂਦਾ ਬਸ। ਹਾਂਜੀ, ਉਹ ਕੈਮਰਾਮੈਨ ਨੂੰ ਬੁਲਾ ਲਿਆ ਤੇ ਉਹਨੇ ਜਿਹੜੀ ਗੱਲ ਕੀਤੀ ਤੇ ਗੱਲ ਕਰਦਿਆਂ ਕੈਮਰਾ ਮੋਦੀ ਜੀ ਬੋਲਣ ਲੱਗੇ, ਜੋਗੀ ਜੀ। ਉਹ ਜਦੋਂ ਜੋਗੀ ਜੀ ਬੋਲਣ ਲੱਗੇ, ਉਹ ਮੁੰਡੇ ਤੋਂ ਕਿਤੇ ਮਾੜਾ ਮੋਟਾ ਕੈਮਰਾ ਹੱਲ ਹੋ ਗਿਆ। ਉਹਨੂੰ ਫਿਰ ਐਡੀ ਕਰਾਰੀ ਗਾਲ ਕੱਢੀ। ਹੁਣ ਗਾਲ ਆਪਾਂ ਤਾਂ ਰਿਪੀਟ ਨਹੀਂ ਕਰ ਸਕਦੇ, ਪਰ ਗਾਲ ਦੇ ਮੂਹਰੇ ਚੱਚੇ ਨੂੰ ਦਲੈਂਕੜੇ ਲੱਗਦੇ। ਤੇ ਜੇ ਲਫ਼ਜ਼ਾਂ 'ਚ ਆਪਾਂ ਵੀ ਤਾਂ ਉਹਨੂੰ ਤੂਤੀਆ ਕਿਹਾ, ਇਹ ਬਾਕੀ ਤੁਸੀਂ ਆਪੇ ਲੋਕ ਆਪੇ ਕਰ ਲੈਣਗੇ, ਠੀਕ ਹੈ। ਉਹਨੂੰ ਇਹ ਸ਼ਬਦ ਕਹੇ, ਇਹ ਸ਼ਬਦ ANI ਦੇ ਉੱਤੇ ਚੱਲ ਪਏ ਜੀ। ਉਹਦਾ ਸਾਰੇ ਚੈਨਲਾਂ ਦੀ ਚੱਲ ਗਏ, ਚੱਲ ਪਏ। ਤੇ ਨਾਲ ਦੀ ਨਾਲ ਹੀ ਤੁਸੀਂ ਦੇਖੋ ਫਿਰ ਗੋਦੀ ਮੀਡੀਆ ਜਿਹੜਾ ਸ਼ਾਮ ਨੂੰ ਵੇਖ ਕੇ ਬੈਠ ਕੇ ਪ੍ਰਾਈਮ ਟਾਈਮ ਕਰਦਾ ਹੈ, ਬੱਲੇ ਬੱਲੇ ਕਰਦੇ ਆ ਜੀ, ਹਿੰਦੂ ਮੁਸਲਿਮ ਜਗਾੜ ਬਣਾਉਂਦੇ ਹੈ। ਪ੍ਰਾਈਮ TV ਦਾ ਇੱਕ ਵੀ ਬੰਦਾ ਨਹੀਂ ਬੋਲਿਆ, ਸਗੋਂ ਫਿਰ ਉਹਨਾਂ ਦੀ ਮਦਦ ਤੇ ਆ ਗਏ। ਸਪਸ਼ਟੀਕਰਨ ਲੱਗਦਾ ਦੀਪਕ ਚੌਰਸੀਆ, ਜਿਹੜਾ ਆਪਦੇ ਆਪ ਨੂੰ ਬੜਾ ਖੱਬੀ ਖਾਨ ਪੱਤਰਕਾਰ ਸਮਝਦਾ ਹੈ, ਉਹਨੇ ਆ ਕੇ ਕਿਹਾ, ਕਹਿੰਦਾ ਜੀ ਇਹ ਤਾਂ ਸਾਰੇ ਦਾ ਸਾਰਾ ਜਿਹੜਾ ਸਿਲਸਿਲਾ ਬਣਾਇਆ ਨਾ, ਇਹ ਤਾਂ ਜੋਗੀ ਜੀ ਨੂੰ ਬਦਨਾਮ ਕਰਨ ਵਾਸਤੇ ਬਣਾਇਆ ਹੈ। ਇਹਦੇ ਵਿੱਚ ਉਹਨਾਂ ਨੇ ਕਹਿੰਦੇ ਜੀ ਐਡਿਟ ਕਰਤੀ, ਆ ਮਗਰੋਂ ਜਿਹੜੇ ਸ਼ਬਦ ਨੇ ਮਗਰੋਂ ਪਾਏ ਵੇ ਹੈ। ਅੱਛਾ। ਸੂਰਿਆ ਪ੍ਰਤਾਪ ਸਿੰਘ ਇੱਕ ਸਾਬਕਾ IAS ਹੈ, ਬੰਦਾ ਸੋਸ਼ਲ ਵਰਕਰ ਵੀ ਹੈ ਜੀ। ਉਹ TV ਚੈਨਲ ਦੇਖੀ ਜਾਂਦਾ ਸੀ, ਉਹ News 18 ਦੇਖ ਰਿਹਾ ਸੀ। News 18 ਦੇ ਉੱਤੇ ਵੀ ਉਹ ਕਿਉਂਕਿ ਲਾਈਵ ਚੱਲਦਾ ਸੀ ਤੇ ਸਾਰਿਆਂ ਨੇ ਚੱਕ ਲਿਆ। ਉਸ ਬੰਦੇ ਨੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਉਹ ਸੇਵ ਕਰ ਲਿਆ। ਸੇਵ ਕਰਨ ਤੋਂ ਬਾਅਦ ਫਿਰ ਉਹਨੇ ਜਦੋਂ ਇਹ ਗੱਲ ਉਹਨੇ ਕਹੀ ਦੀਪਕ ਚੌਰਸੀਆ ਨੇ, ਤੇ ਉਹਨੇ ਫਿਰ ਉਹਦਾ ਜਵਾਬ ਦਿੱਤਾ ਵੀ ਯਾਰ ਤੂੰ ਘੱਟੋ ਘੱਟ ਪੱਤਰਕਾਰ ਹੈ, ਇੰਨਾ ਝੂਠ ਤਾਂ ਨਾ ਬੋਲ। ਤੂੰ ਇਹ ਕਹਿੰਦਾ ਕਿ ਇਹ ਐਡਿਟ ਕੀਤੀ ਹੈ ਤਾਂ ਲਾਈਵ ਚੱਲੀ ਪਈ ਹੈ। ਤੇ ਉਹਨੇ ਚੱਕ ਕੇ ਜੀ ਉਹ ਜਿਹੜਾ ਸੀਗਾ ਸੇਵ ਕੀਤਾ ਸੀ, ਉਹ ਉਹਨੇ ਜਾਰੀ ਕਰਤਾ, ਟਵੀਟ ਤੇ ਪਾਤਾ। ਭੁਪਿੰਦਰ ਨਾਂ ਦੇ ਕਿਸੇ ਹੋਰ ਬੰਦੇ ਨੇ ਇਹਦੇ ਕਿੰਤੂ ਪਰੰਤੂ ਕੀਤਾ, ਉਹਨੂੰ ਵੀ ਉਹਨੇ ਡਾਂਟਿਆ ਥੋੜ੍ਹਾ ਜਿਹਾ, ਕਹਿੰਦਾ ਯਾਰ ਤੂੰ ਸਿਆਣਾ ਬੰਦਾ, ਵਧੀਆ ਪੱਤਰਕਾਰ, ਤੂੰ ਆਹ ਕੀ ਕਰਨਾ। ਰੋਹਿਣੀ ਸਿੰਘ ਨੇ ਵੀ ਇਹਨੂੰ ਉਠਾਇਆ। ਪਰ ਸਵਾਲ ਇੱਕ ਵੱਡਾ ਪੈਦਾ ਇਹ ਹੁੰਦਾ ਹੈ ਕਿ ਬਾਕੀ ਤਾਂ ਸਾਰਿਆਂ ਨੇ ਭਾਵੇਂ ਤੂੰ ਤਰੱਕ ਕੀਤੀ ਹੈ ਕਿ ਮਾੜੀ ਗੱਲ ਕੀਤੀ ਹੈ ਜੀ, ਮੀਡੀਆ ਦੀ ਬੇਇੱਜ਼ਤੀ ਕੀਤੀ ਹੈ। ਹੁਣ ਤੱਕ ਜਿਹੜੇ ਲੋਕ ਨਹੀਂ ਬੋਲੇ, ਕਹਿੰਦੇ ਜੀ ਐਡੀਟਰਸ ਗਿਲਟ ਨਹੀਂ ਬੋਲੀ ਹਾਲੇ ਤੱਕ। ਅੱਛਾ। ਤੇ ਜਿਨ੍ਹਾਂ ਨੂੰ ਗਾਲਾਂ ਕੱਢੀਆਂ ANI ਵਾਲਿਆਂ ਨੂੰ, ਉਹਨਾਂ ਨੇ ਕਹਿੰਦੇ ਜੀ ਉਹ ਡਿਲੀਟ ਹੀ ਕਰਤਾ ਆਪਦਾ ਚੱਕ ਹੀ ਦਿੱਤਾ, ਸਫਾਈ ਕੰਮ ਵੀ, ਸਾਨੂੰ ਤਾਂ ਕੋਈ ਗੱਲ ਹੀ ਨਹੀਂ ਹੋਈ, ਡਿਲੀਟ ਕਰ ਦਿੱਤਾ। ਹੁਣ ਸੂਰਿਆ ਪ੍ਰਤਾਪ ਸਿੰਘ ਦੀ ਮੈਂ ਪੜ੍ਹੀ ਸੀ, ਇੱਕ ਟਵੀਟ ਪੜ੍ਹੀ ਸੀ, ਉਹ ਕਹਿੰਦੇ ਵੀ ਇਹਨਾਂ ਨੇ ਤਾਂ ਕਰਨਾ ਹੀ ਕਰਨਾ ਸੀ, ਕਿਉਂਕਿ ਇਹਨਾਂ ਦਾ ਟੁੱਕ ਪਾਣੀ ਹੈ, ਜਿਹੜਾ ਉਹ ਟੁੱਕ ਪਾਣੀ ਤਾਂ ਕਹਿੰਦੇ ਸਰਕਾਰ ਤੋਂ ਚੱਲਦਾ। ਹਾਂ, ਔਰ ਸਾਰੇ ਚੈਨਲਾਂ ਨੂੰ ਵੀ ਦਬਾਅ ਪਾ ਕੇ ਕਿਹਾ ਵੀ ਤੁਸੀਂ ਫੀਡ ਲਓ ਇਹਨਾਂ ਤੋਂ। ANI ਕਹਿੰਦੇ ਇੱਕ ਅਜਿਹੀ ਏਜੰਸੀ ਹੈ ਜਿਹੜੀ ਹਮੇਸ਼ਾ ਕੇਂਦਰ ਦੀ ਸਰਕਾਰ ਨਾਲ ਹੁੰਦੀ ਹੈ ਤੇ ਸੂਬਿਆਂ ਦੀਆਂ ਸਰਕਾਰਾਂ। ਇਹ ਐਂਟੀ ਸਟੈਬਲਿਸ਼ਮੈਂਟ ਹੋ ਹੀ ਨਹੀਂ ਸਕਦੀ, ਕਿਉਂਕਿ ਏਜੰਸੀ ਹੈ ਜੀ। ਇਹ ਤਾਂ ਕਿਹੜਾ ਚੈਨਲ ਆ ਵੀ ਕਿਸੇ ਨੇ ਖਬਰ ਨਹੀਂ ਲੈਣੀ ਮੁੜ ਕੇ। ਨਹੀਂ ਜੀ, ਨਹੀਂ, ਉਹ ਤਾਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਿਹੜੀ ਪੱਤਰਕਾਰਤਾ ਦਾ ਧਰਮ ਹੁੰਦਾ ਹੈ, ਜੇ ਪੱਤਰਕਾਰਤਾ ਪ੍ਰੋ ਸਟੈਬਲਿਸ਼ਮੈਂਟ ਹੋ ਜੇ ਤੇ ਫਿਰ ਪੱਤਰਕਾਰਤਾ ਸਵਾਦ ਹੀ ਬਸ ਹੈ, ਤਾਂ ਇਹ ਸਵਾਦ ਹੀ। ਕਿਉਂਕਿ ਜਿਹੜੀ ਸਰਕਾਰ ਦੇ ਕੋਲੇ ਤਾਂ ਆਪਣਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਉਹਨਾਂ ਕੋਲੇ ਲੋਕ ਸੰਪਰਕ ਵਿਭਾਗ ਹੈ, ਕੇਂਦਰ ਵਾਲਿਆਂ ਕੋਲੇ ਪ੍ਰੈਸ ਇਨਫੋਰਮੇਸ਼ਨ ਬਿਊਰੋ ਹੈ, ਹੋਰ ਬੜੇ ਸਾਧਨ ਹੁੰਦੇ ਆ, ਉਹ ਉਹਦੇ ਰਾਹੀਂ ਕਰ ਸਕਦੇ, ਅਖਬਾਰਾਂ ਨੂੰ ਇਸ਼ਤਿਹਾਰ ਦੇ ਸਕਦੇ ਹੈ।
ਮੀਡੀਆ ਦਾ ਕੰਮ ਉਹ ਹੁੰਦਾ ਕਿ ਜਿਨ੍ਹਾਂ ਦੇ ਕੋਲੇ ਕੱਖ ਨਹੀਂ ਲੈਣ ਦੇ ਨੂੰ, ਜਿਹੜੇ ਲੁੱਟੇ ਪੁੱਟੇ ਜਾਣ ਵਾਲੇ ਲੋਕ ਹੈ, ਜਿਨ੍ਹਾਂ ਦੀ ਕੋਈ ਗੱਲ ਨਹੀਂ ਸੁਣਦਾ, ਅਸੀਂ ਉਹਨਾਂ ਦੀ ਗੱਲ ਸੁਣਾਉਣੀ ਹੈ। ਮੀਡੀਆ ਨੇ ਆਪਣਾ ਕੰਮ ਉੱਥੇ ਕਰਨਾ, ਤੇ ਜੇ ਮੀਡੀਆ ਇਹ ਕੰਮ ਕਰਨ ਲੱਗ ਗਿਆ ਤਾਂ ਨੈਚੁਰਲ ਹੈ ਫਿਰ ਮੀਡੀਆ ਨਹੀਂ ਰਿਹਾ, ਉਹ ਪ੍ਰੋ ਸਟੈਬਲਿਸ਼ਮੈਂਟ ਹੋ ਗਿਆ, ਐਂਟੀ ਸਟੈਬਲਿਸ਼ਮੈਂਟ ਨਹੀਂ ਹੋ ਸਕਦਾ। ਜਿਵੇਂ ਸੂਰਿਆ ਪ੍ਰਤਾਪ ਸਿੰਘ ਨੇ ਕਿਹਾ, ਕਹਿੰਦੇ ਜੀ ਕਰੋੜ ਰੁਪਈਆ ਇਹਨਾਂ ਨੂੰ ਯੂਪੀ ਦੀ ਸਰਕਾਰ ਦਿੰਦੀ ਹੈ ਮਹੀਨੇ ਦਾ ਜਾਂ ਜੋ ਇੰਨਾ ਕਿ ਮਹੀਨੇ ਦਾ ਹੀ ਹੋਊਗਾ, ਕਰੋੜ ਰੁਪਈਆ ਇਹਨਾਂ ਨੂੰ ਪਬਲਿਸਿਟੀ ਦੇ ਨਾਂ ਥੱਲੇ ਦਿੰਦੀ ਹੈ ਕਿ ਸਾਡੇ ਲਈ ਤੁਸੀਂ ਪੋਜ਼ਿਟਿਵ ਕਰੋ। ਤੇ ਆਲਟ ਨਿਊਜ਼ ਵਾਲਿਆਂ ਤੋਂ ਵੀ ਫਿਰ ਆਲਟ ਨਿਊਜ਼ ਵਾਲਿਆਂ ਨੇ ਵੀ ਇਹਦੀ ਮਤਲਬ ਜਿਹੜੀ ਚੀਰ ਫੜ ਕੀਤੀ। ਆਲਟ ਨਿਊਜ਼ ਵਾਲਿਆਂ ਨੇ ਬਾਕੀ ਸਾਰੇ ਚੈਨਲਾਂ ਤੇ ਜਿੱਥੇ ਚੱਲੀਆਂ, ਉਸ ਤੋਂ ਬਾਅਦ ਉਹਨਾਂ ਨੇ ਨਤੀਜਾ ਕੱਢ ਕੇ ਦਿੱਤਾ ਕਿ ਹਾਂ ਜੋਗੀ ਆਦਿੱਤਿਆਨਾਥ ਨੇ ਇਹ ਗਾਲ ਕੱਢੀ ਸੀ। ਕਾਸ਼ ਜੇ ਕਿਤੇ ਇਹੀ ਗੱਲ ਕਿਸੇ ਨਾ ਕਿਸੇ ਰਾਹੁਲ ਦੇ ਮੂੰਹ ਚੋਂ ਨਿਕਲੀ ਹੁੰਦੀ ਜਾਂ ਪ੍ਰਿੰਕਾ ਦੇ ਮੂੰਹ ਤੋਂ ਨਿਕਲੇ, ਤੇ ਗੋਦੀ ਮੀਡੀਆ ਨੇ ਹੁਣ ਤੱਕ ਟਟੀਰੀਆਂ ਨੂੰ ਟੰਗਾ ਤਾਂ ਚੱਕ ਲੈਣੀਆਂ ਸੀ, ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਕੁਛ ਚੱਲਣਾ ਸੀ। ਹੁਣ ਇਹਨੂੰ ਸਾਰੇ ਨੂੰ ਭੁਲਾ ਹੀ ਦਿੱਤਾ ਗਿਆ। ਗੈਰਤ ਇੰਨੀ ਮਰੀ ਹੋਈ ਹੈ, ਮਤਲਬ ਤੁਸੀਂ ਦੇਖੋ ਕਿ ਪੱਤਰਕਾਰ ਨੇ ਇੱਕ ਨੌਕਰੀ ਕਰਨੀ ਹੈ, ਨੌਕਰੀ ਦੀ ਖਾਤਰ ਵਿਚਾਰੇ ਨੂੰ ਕੀ ਪਾਪੜ ਵੇਲਣੇ ਪੈਂਦੇ ਆ, ਲੇਕਿਨ ਜੇ ਟੀਵੀ ਚੈਨਲ ਦੀ ਜਾਂ ਟੀਵੀ ਜਿਹੜੀ ਉਹ ਨਿਊਜ਼ ਏਜੰਸੀ ਉਹਦੀ ਗੈਰਤ ਇੰਨੀ ਮਰ ਜੇ ਜੀ ਤਾਂ ਫਿਰ ਰੱਬ ਹੀ ਰੱਖਾ ਇਸ ਦੇਸ਼ ਦਾ ਜੀ। ਬਿਲਕੁਲ ਜੀ। ਤੇ ਫਿਰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੂੰ ਵੀ ਅਸਤੀਫਾ ਦੇਣਾ ਪੈ ਗਿਆ ਜੀ, ਇਹ ਕਿਉਂ? ਬਿਲਕੁਲ ਜੀ, ਗ੍ਰਹਿ ਮੰਤਰੀ ਜਿਹੜੇ ਮਹਾਰਾਸ਼ਟਰ ਦੇ, ਉਹਨਾਂ ਦੇ ਖਿਲਾਫ ਪਰਮਬੀਰ ਸਿੰਘ ਜਿਹੜੇ ਉੱਥੇ ਦੇ ਪੁਲਿਸ ਕਮਿਸ਼ਨਰ ਸੀ, ਜਦੋਂ ਉਹਨਾਂ ਦੀ ਟਰਾਂਸਫਰ ਕਰ ਦਿੱਤੀ ਸੀ, ਪੁਲਿਸ ਕਮਿਸ਼ਨਰ ਤੋਂ ਹਟਾ ਕੇ ਉਹਨਾਂ ਨੂੰ ਹੋਮਗਾਰਡ ਡਿਪਾਰਟਮੈਂਟ ਭੇਜਤਾ ਸੀ ਜੀ, ਉਦੋਂ ਉਹਨਾਂ ਨੇ ਮੁੱਖ ਮੰਤਰੀ ਉਦੋਂ ਠਾਕਰੇ ਨੂੰ ਇੱਕ ਚਿੱਠੀ ਲਿਖਤੀ ਸੀ। ਤੇ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਸੀ ਜੀ ਵੀ ਸਚਿਨ ਵਜ਼ੇ ਨਾਂ ਦਾ ਜਿਹੜਾ ਬੰਦਾ ਗ੍ਰਿਫਤਾਰ ਕੀਤਾ ਹੋਇਆ ਹੈ ANI ਵਾਲਿਆਂ ਨੇ, ਉਹਨੂੰ ਕੁਝ ਸਮਾਂ ਪਹਿਲਾਂ ਗ੍ਰਹਿ ਮੰਤਰੀ ਜਿਹੜੇ ਹੈਗੇ ਅਨਿਲ ਦੇਸ਼ਮੁਖ, ਉਹਨਾਂ ਨੇ ਆਪਣੇ ਘਰੇ ਬੁਲਾਇਆ ਸੀ। ਕੁਝ ਹੋਰ ਅਫਸਰ ਵੀ ਬੁਲਾਏ ਸੀ। ਜਿਹੜੀ ਚੇਨ ਆਫ ਕਮਾਂਡ ਹੈ ਉਹ ਤੋੜੀ ਸੀ। ਅਫਸਰਾਂ ਤੋਂ ਬਗੈਰ ਜਿਹੜੇ ਹੈਗੇ ਹੈੱਡ ਤੋਂ ਬਗੈਰ ਜਿਹੜੇ ਜੂਨੀਅਰ ਅਫਸਰਾਂ ਨੂੰ ਬੁਲਾ ਕੇ ਇਹ ਗੱਲ ਕਹੀ ਸੀ ਕਿ 100 ਕਰੋੜ ਰੁਪਈਆ ਜਿਹੜਾ ਵਾਰਾਂ ਤੋਂ ਔਰ ਉਹ ਢਾਬਿਆਂ ਵਗੈਰਾ ਤੋਂ ਇਕੱਤਰ ਕਰੋ ਜੀ, ਔਰ 100 ਕਰੋੜ ਰੁਪਈਆ ਸਾਨੂੰ ਦਿਓ। ਇਹ ਗੱਲ ਉਹਨਾਂ ਨੇ ਕਹੀ ਸੀ ਤੇ ਉਹਨੇ ਇਹਦੇ ਆਧਾਰ ਦੇ ਉੱਤੇ ਜਿਹੜੀ ਚਿੱਠੀ ਲਿਖਤੀ, ਉਹ ਚਿੱਠੀ ਦੇ ਉੱਤੇ ਸ਼ੁਰੂ 'ਚ ਤਾਂ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਕਿ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਸ਼ਰਦ ਪਵਾਰ ਹੋਰਾਂ ਨੇ ਵੀ ਕਹਿਤਾ ਸੀ ਕਿ ਇਹਦੀ ਪੜਤਾਲ ਹੋਣੀ ਚਾਹੀਦੀ ਹੈ, ਲੇਕਿਨ ਬਾਅਦ ਦੇ ਵਿੱਚ ਸ਼ਰਦ ਪਵਾਰ ਤੇ ਉਹਦੀ ਪਾਰਟੀ ਦਾ ਪ੍ਰੈਸ਼ਰ ਬਿਲਡ ਹੋਇਆ ਜੀ, ਤੇ ਉਹਨਾਂ ਨੇ ਕਿਹਾ ਜੀ ਨਹੀਂ, ਇਹ ਬੰਦਾ ਦੁੱਧ ਧੋਤਾ ਹੈ, ਇਹਦਾ ਕੋਈ ਕਸੂਰ ਨਹੀਂ, ਇਹਨੂੰ ਬਦਨਾਮ ਕੀਤਾ ਜਾ ਰਿਹਾ। ਜਿਹੜੇ ਇਹ ਅਫਸਰ ਹੈ ਪਰਮਬੀਰ ਵਗੈਰਾ, ਇਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਪੈਂਦੀਆਂ ਬੀਜੇਪੀ ਦੇ ਇੱਕ ਲੀਡਰਾਂ ਨਾਲ, ਕਿਉਂਕਿ ਉਹਦਾ ਬੇਟਾ ਪਰਮਬੀਰ ਦਾ ਬੇਟਾ ਬੀਜੇਪੀ ਦੀ ਇੱਕ ਲੀਡਰ ਦੀ ਧੀ ਨੂੰ ਵਿਆਹਿਆ ਹੋਇਆ। ਅੱਛਾ ਜੀ। ਵੀ ਇਹ ਪ੍ਰੈਸ਼ਰ ਪੈ ਕੇ ਬੀਜੇਪੀ ਵਾਲੇ ਸਾਡੀ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਆ। ਤਾਂ ਫਿਰ ਪਰਮਬੀਰ ਜਿਹੜਾ ਹੈ ਸਿੱਧਾ ਸੁਪਰੀਮ ਕੋਰਟ ਚਲਾ ਗਿਆ ਸੀ। ਸੁਪਰੀਮ ਕੋਰਟ 'ਚ ਉਹਦੀ ਪਟੀਸ਼ਨ ਹੈ ਜਿਹੜੀ ਜੀ, ਉਹਨੂੰ ਸੁਣਵਾਈ ਕਰਨ ਤੋਂ ਇਨਕਾਰ ਕਰਕੇ ਸੁਪਰੀਮ ਕੋਰਟ ਨੇ ਕਹਿਤਾ ਸੀ ਜੀ ਹਾਈ ਕੋਰਟ ਕੋਲੇ ਜਾਓ, ਤੇ ਉਹ ਹਾਈ ਕੋਰਟ ਕੋਲੇ ਆ ਗਿਆ। ਹਾਈ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਝਿੜਕ ਵੀ ਮਾਰੀ ਸੀ ਜੀ। ਇਹ ਕਿਹਾ ਸੀ ਕਿ ਤੁਸੀਂ DGP, ਤੁਸੀਂ ਪੁਲਿਸ ਕਮਿਸ਼ਨਰ ਹੋ, ਤੁਹਾਡੇ ਵਰਦੀ ਪਾਈ ਹੈ, ਤੁਹਾਡੇ ਕੋਲੇ ਹੱਕ ਹਕੂਕ ਅਧਿਕਾਰ ਹੈ, ਤੁਸੀਂ ਇਹ ਤਾਂ ਕਹਿ ਰਹੇ ਹੋ ਕਿ ਮਾਮਲਾ CBI ਨੂੰ ਦੇ ਦਿਓ। ਕਿਸ ਆਧਾਰ ਦੇ ਉੱਤੇ ਦੇਈਏ ਜੋ ਤੁਸੀਂ ਕੇਸ ਹੀ ਨਹੀਂ ਰਜਿਸਟਰ ਕੀਤਾ? ਇਹ ਕੇਸ ਤੁਹਾਨੂੰ ਰਜਿਸਟਰ ਕਰਨਾ ਚਾਹੀਦਾ ਸੀ ਜਾਂ ਕਰਾਉਣਾ ਚਾਹੀਦਾ ਸੀ, ਕਿਉਂ ਨਹੀਂ ਕਰਾਇਆ? ਦਾ ਜਵਾਬ ਦਿਓ। ਵਕੀਲ ਨੇ ਬਥੇਰੇ ਤਰਲੇ ਮਾਰੇ ਉਹਦੇ, ਪਰ ਕੋਈ ਗੱਲ ਨਹੀਂ ਬਣੀ। ਕੱਲ ਹੁਣ ਫੈਸਲਾ ਆ ਗਿਆ, ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਜੀ ਇਹਦੀ ਪੜਤਾਲ ਹੋਣੀ ਚਾਹੀਦੀ। ਅੱਛਾ ਜੀ। ਤੇ ਸੁਪਰੀਮ ਕੋਰਟ ਨੇ ਕਿਹਾ ਕਿ ਭਾਵੇਂ ਮਹਾਰਾਸ਼ਟਰ ਦੀ ਸਰਕਾਰ ਨੇ ਪੜਤਾਲ ਦੇ ਹੁਕਮ ਪਹਿਲਾਂ ਹੀ ਦਿੱਤੇ ਹੋਏ, ਇੱਕ ਸਿਟਿੰਗ ਜਿਹੜਾ ਆਪਣਾ ਸੇਵਾ ਮੁਕਤ ਜੱਜ ਹਾਈ ਕੋਰਟ ਦਾ, ਉਹਨੂੰ ਪੜਤਾਲੀਆ ਅਫਸਰ ਬਣਾਇਆ ਹੋਇਆ, ਪਰ ਇਹਦੇ ਬਾਵਜੂਦ ਉਹ ਕਹਿੰਦੇ ਗੰਭੀਰ ਹੈ ਇਲਜ਼ਾਮ ਜੀ, ਔਰ CBI ਆਪਣੇ ਪੱਧਰ ਦੇ ਉੱਤੇ ਇਨਕੁਆਇਰੀ ਕਰੇ 15 ਦਿਨਾਂ ਦੇ ਵਿੱਚ ਜੀ, ਇਨਕੁਆਇਰੀ ਆਪਣੀ ਮੁਕੰਮਲ ਕਰੇ। ਇਹ ਸਵਾਲ ਇਹ ਪੈਦਾ ਹੁੰਦਾ ਕਿ ਫਿਰ ਇਹ ਕਿਉਂ, ਜਦੋਂ ਪਰਮਬੀਰ ਨੂੰ ਇੱਕ ਵਾਰੀ ਝਿੜਕਤਾ ਸੀ। ਅਸਲ ਦੇ ਵਿੱਚ ਇਹ ਪਟੀਸ਼ਨ ਇੱਕ ਨਹੀਂ, ਪਟੀਸ਼ਨਾਂ ਕਈ ਸੀ। ਅੱਛਾ ਜੀ। ਇੱਕ ਕੋਈ ਲੇਡੀ ਵਕੀਲ ਹੈ, ਉਹਦੀ ਵੀ ਪਟੀਸ਼ਨ ਸੀ। ਉਹਦੀ ਪਟੀਸ਼ਨ ਨੂੰ ਜਿਹੜੀ ਹੈਗੀ ਜਨਹਿਤ ਪਟੀਸ਼ਨ ਮੰਨ ਲਿਆ ਜੀ, ਉਹਦੀ ਪਟੀਸ਼ਨ ਨੂੰ ਜਨਹਿਤ ਪਟੀਸ਼ਨ ਮੰਨ ਕੇ ਤੇ ਫਿਰ ਉਹਦੇ ਤੇ ਉਹਨਾਂ ਨੇ ਆਰਡਰ ਕਰਤੇ। ਆਰਡਰ ਹੋਣ ਤੋਂ ਬਾਅਦ ਫੌਰੀ ਤੌਰ ਤੇ ਉਹਨੇ ਅਸਤੀਫਾ ਦਿੱਤਾ। ਤੇ ਇੱਕ ਗੱਲ ਵਧੀਆ ਹੋਰ ਹੈ ਜੀ ਕਿ ਜਦੋਂ ਕਿਸੇ ਬੰਦੇ ਦੇ ਖਿਲਾਫ ਕੋਈ ਮਾੜੀ ਮੋਟੀ ਕਾਰਵਾਈ ਹੋ ਜਾਂਦੀ ਤੇ ਉਹ ਅਸਤੀਫਾ ਦਿੰਦਾ ਨਾ, ਤੇ ਉਹ ਤੋਂ ਫਿਰ ਉਹ ਕਹਿੰਦਾ ਵੀ ਮੈਂ ਨੈਤਿਕ ਆਧਾਰ ਤੇ ਅਸਤੀਫਾ ਦਿੱਤਾ ਹੈ ਜੀ। ਸਵਾਲ ਇਹ ਪੈਦਾ ਹੁੰਦਾ ਹੈ ਕਿ ਦੇਸ਼ਮੁਖ ਨੇ ਉਦੋਂ ਅਸਤੀਫਾ ਕਿਉਂ ਨਾ ਦਿੱਤਾ ਜਦੋਂ ਉੱਤੇ ਇਲਜ਼ਾਮ ਲੱਗੇ ਸੀ? ਉਹ ਗ੍ਰਹਿ ਵਿਭਾਗ ਦਾ ਹੈੱਡ ਸੀ ਜੀ। ਪਰਮਬੀਰ ਤੇ ਵੀ ਇਹੀ ਸਵਾਲ ਉੱਠਦਾ ਕਿ ਤੂੰ ਜਦੋਂ ਤੇਰੀ ਬਦਲੀ ਕਰਤੀ ਉਦੋਂ ਤੂੰ ਬੋਲ ਪਿਆ, ਇਹਦਾ ਮਤਲਬ ਜਿਹੜਾ ਪਹਿਲਾਂ ਜਿੰਨਾ ਕੁਛ ਹੁੰਦਾ ਸੀ ਉਦੋਂ ਤੂੰ ਕਿਉਂ ਨਹੀਂ ਬੋਲਿਆ? ਇਹਦਾ ਮਤਲਬ ਹੈ ਕਿ ਪਹਿਲਾਂ ਤੇਰੀ ਉਹਦੇ ਨਾਲ ਕੰਸੈਂਟ ਸੀ ਜੀ। ਸੋ ਇਹ ਗੱਲਾਂ ਚੱਲਦੀਆਂ ਰਹਿੰਦੀਆਂ। ਹੁਣ ਅਸਤੀਫਾ ਉਹਨੇ ਦੇ ਦਿੱਤਾ ਜੀ। ਅਸਤੀਫਾ ਦੇਣ ਤੋਂ ਬਾਅਦ ਅਗਲੀ ਕਾਰਵਾਈ ਕੀ ਹੋਣੀ ਹੈ? ਸੰਜੇ ਰਾਉਤ ਜਿਹੜੇ ਸਪੋਕਸਪਰਸਨ ਹੈ ਬੀਜੇਪੀ ਦੇ, ਸ਼ਿਵ ਸੈਨਾ ਦੇ ਜੀ, ਉਹਨਾਂ ਨੇ ਕਹਿਤਾ ਕਿ ਜੱਜਮੈਂਟ ਦੀ ਕਾਪੀ ਮਿਲ ਦਿਓ, ਅਸੀਂ ਫੇਰ ਦੇਖਾਂਗੇ। ਦੂਜੇ ਪਾਸੇ ਅਭਿਸ਼ੇਕ ਮਨੂ ਸਿੰਘ ਵੀ ਸੁਪਰੀਮ ਕੋਰਟ ਦੇ ਇੱਕ ਸੀਨੀਅਰ ਵਕੀਲ ਹੈ ਔਰ ਕਾਂਗਰਸ ਪਾਰਟੀ ਨਾਲ ਵੀ ਰਿਲੇਟਡ ਹੈ। ਕਹਿੰਦੇ ਆ ਵੀ ਅਨਿਲ ਦੇਸ਼ਮੁਖ ਹੋਰਾਂ ਨੇ ਰਾਤ ਉਹਨਾਂ ਨਾਲ ਵੀ ਦੇਰ ਰਾਤ ਗੱਲ ਕੀਤੀ ਹੈ।
ਇਹ ਵੀ ਸੰਭਾਵਨਾ ਬਣਦੀ ਹੈ ਕਿ ਸ਼ਾਇਦ ਅਨਿਲ ਦੇਸ਼ਮੁਖ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇ ਦੇਵੇ ਜੀ। ਲੇਕਿਨ ਫਿਰ 100 ਹੱਥ ਰੱਸਾ ਸਿਰੇ ਤੇ ਗੰਢਦਾ ਵਾਲੀ ਸਭ ਗੱਲ ਉੱਥੇ ਹੀ ਆ ਗਈ ਜੀ ਕਿ ਜਿਹੜੇ ਪੋਲੀਟੀਕਲ ਬੰਦੇ ਆਪ ਜੇ ਇਹਨਾਂ ਨੂੰ ਦੇਖੀ ਤੇ ਇਹ ਆਉਂਦੇ ਜਨ ਸੇਵਕਾਂ 'ਚ ਜਨ ਸੇਵਕਾਂ ਚ ਪਰ ਇਹ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਗਧੇ ਨੂੰ ਬਾਪ ਕਹਿਣ ਤੱਕ ਜਾਂਦੇ ਆਹ ਤਾਂ ਕਰ ਹੀ ਜਾਂਦੇ ਪੈਰੀਂ ਹੱਥ ਲਾਉਂਦੇ ਸਾਰਾ ਕੁਝ, ਤੇ ਜਦੋਂ ਪਾਵਰ 'ਚ ਆ ਜਾਂਦੀ ਹੈ ਫਿਰ ਕਿਸੇ ਨੂੰ ਟੁੱਕ ਤੇ ਡੇਲਾ ਨਹੀਂ ਸਮਝਦੇ। ਪਿਛਲਾ ਪੈਸਾ ਲੱਗਿਆ ਉਹ ਵੀ ਰਿਕਵਰ ਕਰਨਾ ਤੇ ਅਗਲੀ ਇਲੈਕਸ਼ਨ ਵੀ ਲੜਨੀ ਹੈ, ਫਿਰ ਇਕੱਠਾ ਆਪ ਕਰਨਾ ਵੀ ਲੜਨੀ ਹੈ ਤੇ ਆਪਣੀ ਪਾਰਟੀ ਨੂੰ ਵੀ ਲੜਾਉਣੀ, ਉਹਦੇ ਵਾਸਤੇ ਪੈਸਾ ਚਾਹੀਦਾ ਹੈ। ਸੋ ਬੰਬੇ ਜਿਹੜੀ ਹੈਗੀ ਆ ਉਹ ਸਾਡੇ ਦੇਸ਼ ਦੀ ਆਰਥਿਕ ਰਾਜਧਾਨੀ ਹੈ, ਬੜਾ ਕੁਝ ਪੈਸੇ ਦੀ ਕਮੀ ਉੱਥੇ ਕੋਈ ਨਹੀਂ। ਉੱਥੇ ਚਾਹੇ ਮੁੱਖ ਮੰਤਰੀ ਹੈ ਤੇ ਚਾਹੇ ਗ੍ਰਹਿ ਮੰਤਰੀ ਹੈ, ਸਭ ਤੋਂ ਮਾਲਾ ਮਾਲ ਇਹ ਹੁੰਦੀ ਹੈ। ਅਨਿਲ ਦੇਸ਼ਮੁਖ ਨੂੰ ਵੀ ਅਸੀਂ ਦੁੱਧ ਧੋਤਾ ਨਹੀਂ ਕਹਿ ਸਕਦੇ, ਨਾ ਪਹਿਲੇ ਸੀ ਤੇ ਨਾ ਇਹ ਹੈ ਜੀ। ਪਰ ਸਵਾਲ ਇਹ ਹੈ ਕਿ ਕੋਈ ਵੀ ਜਿਹੜੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਤੇ ਪੁਲਿਸ ਦੀ ਤੇ ਇਹਨਾਂ ਦੀ ਆਪਸ ਵਿੱਚ ਮਿਲੀ ਭੁਗਤ ਹੁੰਦੀ ਹੈ, ਉਦੋਂ ਲੋਕਾਂ ਨੂੰ ਲੁੱਟਦੇ, ਸਰਕਾਰੀ ਖਜ਼ਾਨਾ ਨੂੰ ਲੁੱਟਦੇ, ਨਸ਼ਿਆਂ ਵਰਗੇ ਜਿਹੜੇ ਹੈਗੇ ਗੈਰ ਕਾਨੂੰਨੀ ਧੰਦੇ ਕਰਵਾਉਂਦੇ, ਉਹਦੇ ਵਿੱਚੋਂ ਆਪਦੀ ਕਮਾਈ ਕਰਦੇ ਤੇ ਲੋਕਾਂ ਨੂੰ ਜਿਹੜਾ ਹੈਗਾ ਉਹ ਬਰਬਾਦ ਕਰਦੇ ਹੈ। ਇਸ ਕਰਕੇ ਜਦੋਂ ਲੜ ਪੈਂਦੇ ਜੀ ਉਦੋਂ ਫਿਰ ਇਸ ਤਰ੍ਹਾਂ ਹੋ ਜਾਂਦੀ ਹੈ, ਇਨਕੁਆਇਰੀਆਂ ਲੱਗ ਜਾਂਦੀਆਂ। ਲੇਕਿਨ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਦੋਂ ਇਹੋ ਜਿਹਾ ਫੈਸਲਾ ਦਿੰਦੀ ਹੈ, ਉਹਨਾਂ ਨੂੰ ਫਿਰ ਕਟਹਿਰੇ 'ਚ ਦੋਨਾਂ ਤਰ੍ਹਾਂ ਨੂੰ ਖੜਾ ਕਰਨਾ ਚਾਹੀਦਾ ਹੈ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ CBI ਦੀ ਜਿਹੜੀ ਇਨਕੁਆਇਰੀ ਲਾਤੀ ਜੀ, ਇਹ ਕਿੰਨੀ ਕਾਰਆਮਦ ਰਹੂਗੀ ਕਿ CBI ਨਿਰਪੱਖਤਾ ਨਾਲ ਜਾਂਚ ਕਰੂਗੀ ਕਿ ਨਹੀਂ। ਇਹ ਤਾਂ ਹਾਈ ਕੋਰਟ ਦਾ ਹੁਕਮ ਹੈ। ਸਾਡੀ ਇਹੀ ਸੁਪਰੀਮ ਕੋਰਟ ਭਾਰਤ ਦੀ ਸੁਪਰੀਮ ਕੋਰਟ ਤਾਂ ਪਹਿਲਾਂ ਹੀ ਕਹਿ ਚੁੱਕੀ ਹੈ ਜੀ ਕਿ CBI ਪਿੰਜਰੇ ਦਾ ਤੋਤਾ ਹੈ। ਜਿਹਦੀ ਸਰਕਾਰ ਹੁੰਦੀ ਹੈ ਉਹਨੇ ਤੋਤੇ ਨੂੰ ਬੁਲਾਉਣਗੇ ਕਿਵੇਂ? ਅਮਿਤ ਸ਼ਾਹ ਜਿਵੇਂ ਬੁਲਾਉਣਗੇ ਤੋਤਾ ਉਵੇਂ ਬੋਲੂਗਾ ਜੀ। ਹੁਣ ਝੂਠ ਬੋਲੇ ਕਊਆ ਕਾਟੇ, ਹਾਂਜੀ ਗੰਗਾ ਰਾਮ ਚੂਰੀ ਖਾਣੀ ਹੈ। ਤੇ ਹੁਣ ਆਪਾਂ ਗੱਲ ਕਰੀਏ ਜੀ, ਕਹਿੰਦੇ ਰਫੇਲ ਦੇ ਸੱਪ ਨੇ ਮੁੜ ਫਣ ਚੁੱਕ ਲਿਆ ਜੀ। ਬਿਲਕੁਲ ਜੀ। ਮੀਡੀਆ ਇੱਕ ਪੋਰਟਲ ਹੈ ਫਰਾਂਸ ਦਾ ਜੀ, ਉਹਨੇ ਇੱਕ ਸਟੋਰੀ ਪ੍ਰਕਾਸ਼ਿਤ ਕੀਤੀ ਹੈ। ਉਹ ਸਟੋਰੀ ਦਾ ਪਹਿਲਾ ਭਾਗ ਪ੍ਰਕਾਸ਼ਿਤ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕੀ ਹੈ ਜੀ। ਉਹਨਾਂ ਨੇ ਕਿਹਾ ਇਹ ਹੈ ਕਿ ਜਿਹੜੀ ਦਾਸੋ ਕੰਪਨੀ ਹੈ ਜਿਹਨੇ ਸਾਡੇ ਨਾਲ ਸੌਦਾ ਕੀਤਾ ਹੈ ਜੀ, ਉਸ ਦਾਸੋ ਕੰਪਨੀ ਨੇ ਦਾ ਜਦੋਂ ਮਤਲਬ ਕਿਸੇ ਨੇ ਇਲਜ਼ਾਮ ਲਾ ਦਿੱਤੇ ਸੀ ਕਿ ਇਹਨਾਂ ਨੇ ਕੋਈ ਪੈਸੇ ਦਾ ਲੈਣ ਦੇਣ ਕੀਤਾ ਹੈ ਰਾਫੇਲ ਜਹਾਜ਼ ਵੇਚਣ ਵਾਸਤੇ। ਤੇ ਫਿਰ ਫਰਾਂਸ ਦੀ ਇੱਕ ਜਿਹੜੀ ਹੈਗੀ ਹੈ ਭ੍ਰਿਸ਼ਟਾਚਾਰ ਵਿਰੋਧੀ ਆਰਗੇਨਾਈਜੇਸ਼ਨ ਹੈ, ਸੰਸਥਾ ਹੈ ਜੀ, ਸਰਕਾਰੀ ਸੰਸਥਾ ਹੈ, ਜਿਹਨੂੰ ਆਪਾਂ ਅਥਾਰਟੀ ਕਹਿ ਦਈਏ, ਏਜੰਸੀ ਕਹਿ ਦਈਏ, ਕੁਛ ਵੀ ਕਹਿ ਦਈਏ। ਉਹਨਾਂ ਨੇ ਜੀ ਪੜਤਾਲ ਕੀਤੀ ਤੇ ਜਦੋਂ ਉਹਨਾਂ ਨੇ ਪੜਤਾਲ ਕੀਤੀ ਤੇ ਪੜਤਾਲ ਦੇ ਵਿੱਚ ਬੜੇ ਸਨਸਨੀਖੇਜ਼ ਇੰਕਸ਼ਾਫ ਹੋਏ ਜੀ। ਉਹ ਕਹਿੰਦੇ ਜੀ ਲਗਭਗ 9 ਕਰੋੜ ਰੁਪਈਆ 10 ਲੱਖ ਯੂਰੋ ਜੀ, 9 ਕਰੋੜ ਰੁਪਈਆ ਜਿਹੜਾ ਹੈਗਾ ਦਾਸੋ ਵਾਲਿਆਂ ਨੇ ਦਿੱਤਾ ਇੱਕ ਪ੍ਰਾਈਵੇਟ ਪਲੇਅਰ ਨੂੰ। ਅੱਛਾ ਜੀ। ਉਹ ਪਲੇਅਰ ਕੌਣ ਹੈ ਜੀ? ਇਹ ਉਹੀ ਪਲੇਅਰ ਹੈ ਜਿਹੜਾ ਪਲੇਅਰ ਆਗਸਟਾ ਵੈਸਟਲੈਂਡ ਹਾਂਜੀ ਹੈਲੀਕਾਪਟਰ ਦੇ ਘਪਲੇ ਦੇ ਵਿੱਚ ਆਇਆ ਹੋਇਆ ਸੀ ਜੀ, ਜਿਹਦੀ ਬਕਾਇਦਾ ਜਿਹਦੇ ਖਿਲਾਫ ਕੇਸ ਰਜਿਸਟਰ ਹੋਇਆ ਤੇ ਇਹਦੀ ਗ੍ਰਿਫਤਾਰੀ ਹੋਈ ਸੀ। ਭਾਰਤੀ ਜਨਤਾ ਪਾਰਟੀ ਉਦੋਂ ਇਹ ਗੱਲ ਕਹਿੰਦੀ ਹੁੰਦੀ ਸੀ ਜਿਹੜਾ ਇਹ ਘਪਲਾ ਹੋਇਆ ਇਹ ਰਾਜੀਵ ਗਾਂਧੀ ਤਾਂ ਰਹੇ ਨੇ, ਰਾਹੁਲ ਗਾਂਧੀ ਸੋਨੀਆ ਗਾਂਧੀ ਦੀ ਮਰਜ਼ੀ ਨਾਲ ਹੋਇਆ, ਕਿਉਂਕਿ ਉਹ UPA ਦੀ ਸਰਕਾਰ ਵੇਲੇ ਹੋਇਆ ਸੀ ਜੀ। ਉਦੋਂ ਕਹਿੰਦੇ ਰਹੇ। ਹੁਣ ਉਹੀ ਬੰਦਾ ਕਹਿੰਦੇ ਜੀ ਉਹਨੂੰ ਇਹ ਦੇ ਦਿੱਤਾ ਇੰਨਾ ਪੈਸਾ, ਤੇ ਕਹਿੰਦੇ ਪੈਸਾ ਕਾਹਦੀ ਖਾਤਰ ਦਿੱਤਾ ਜੀ? ਤੇ ਉਹਨਾਂ ਨੇ ਜਦੋਂ ਸਵਾਲ ਕੀਤਾ ਦਾਸੋ ਕੰਪਨੀ ਨਾਲ ਤੇ ਜਵਾਬ ਦਿੱਤਾ ਬੜਾ ਇੰਟਰਸਟਿੰਗ। ਕਹਿੰਦੇ ਜੀ ਜਿਹੜੇ ਇਹ ਰਫੇਲ ਜਹਾਜ਼ ਹੈ ਇਹਨਾਂ ਦੇ 50 ਮਾਡਲ ਤਿਆਰ ਕਰਵਾਏ ਸੀ ਜੀ, ਗਿਫਟ ਹੈ ਕਹਿੰਦੇ। ਉਹ ਗਿਫਟ ਦੇਣ ਵਾਸਤੇ ਕਹਿੰਦੇ ਜਿਹੜੇ 50 ਮਾਡਲ ਤਿਆਰ ਕਰਵਾਏ ਸੀ ਉਹ ਹੈ। ਤੇ ਮਾਡਲ ਤਿਆਰ ਜਿਹੜੀ ਕੰਪਨੀ ਬਣਾਉਂਦੀ ਹੈ ਰਫੇਲ, ਉਹ ਤਾਂ ਮਾਡਲ ਆਪ ਹੀ ਤਿਆਰ ਕਰ ਸਕਦੀ ਸੀ ਜੀ। ਪਰ ਉਹ ਕਹਿੰਦੇ ਜੀ ਅਸੀਂ ਜਿਹੜੀ ਹੈਗੀ ਹੈ ਇਹ ਏਜੰਸੀ ਜਿਹੜੀ ਹੈ ਭਾਰਤੀ ਦਲਾਲ ਹੈ ਉਹਨੂੰ ਦਿੱਤੇ ਸੀ ਪੈਸੇ, ਤੇ ਫਿਰ ਕਹਿੰਦੇ ਉਹਨੇ ਜਿਹੜੇ ਹੈਗੇ ਉੱਥੋਂ ਜਾਂ ਜਦੋਂ ਉਹਦਾ ਹਿਸਾਬ ਕਿਤਾਬ ਦੇਖਿਆ ਤੇ ਇੱਥੇ ਕੋਈ ਜਿਹੜਾ ਹੈਗਾ ਮਾਡਲ ਬਣਿਆ ਹੀ ਨਹੀਂ। ਇਹਦਾ ਮਤਲਬ ਹੈ ਕਿ 9 ਕਰੋੜ ਰੁਪਈਆ ਉਹ ਸਿੱਧਾ ਦਿੱਤਾ। ਇਹਦੇ ਤੇ ਹੁਣ ਸਵਾਲ ਖੜੇ ਹੋ ਗਏ। ਅੱਛਾ। ਆਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਨੇ ਇਹਦੇ ਤੇ ਹੋ ਹੱਲਾ ਮਚਾਉਣਾ ਸ਼ੁਰੂ ਕਰ ਦਿੱਤਾ। ਉਹਨੇ ਕਿਹਾ ਕਿ ਆਪੋਜੀਸ਼ਨ ਨੇ ਜਿਹੜਾ ਇਹਨਾਂ ਦੇ ਰਣਦੀਪ ਸੁਰਜੇਵਾਲਾ ਹੈ ਜੀ, ਰਣਦੀਪ ਸੁਰਜੇਵਾਲਾ ਨੇ ਕੱਲ 5 ਪੁਆਇੰਟ ਉਠਾਏ ਸੀ। ਅੱਛਾ। ਤੇ 5 ਪੁਆਇੰਟਾਂ ਦੇ ਰਾਹੀਂ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਬਾਰੇ ਜੋ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਰਫੇਲ ਦੇ ਵਿੱਚ ਰੱਜ ਕੇ ਭ੍ਰਿਸ਼ਟਾਚਾਰ ਕੀਤਾ, ਉਹਦੀ ਪੁਸ਼ਟੀ ਹੈ ਜਿਹੜੀ ਉਹ ਕਰ ਦਿੱਤੀ ਇਹਨਾਂ ਨੇ। ਤੁਹਾਡੀ ਜਿਹੜੀ ਹੈਗੀ ਹੈ ਉੱਥੋਂ ਦਾ ਪੋਰਟਲ, ਮੀਡੀਆ ਪੋਰਟਲ ਨੇ ਜੀ, ਔਰ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਲੇਕਿਨ ਸਾਡੇ ਇੱਧਰਲੇ ਜਿਹੜੇ ਹੈਗੇ ਆ ਸਪੋਕਸ ਪਰਸਨ ਹੈ, BJP ਦੇ ਲੀਡਰ ਹੈ, ਸਭ ਤੋਂ ਜਦੋਂ ਔਖੇ ਵੇਲੇ ਮੂਹਰੇ ਆਉਂਦੇ ਹੈ, ਰਵੀ ਸ਼ੰਕਰ ਪ੍ਰਸਾਦ ਜਿਹੜੇ ਕਾਨੂੰਨ ਮੰਤਰੀ ਵੀ ਹੈ, ਉਹ ਕਹਿੰਦੇ ਜੀ ਤਾਂ ਬਕਵਾਸ ਹੈ, ਇਹ ਤਾਂ ਇਲਜ਼ਾਮ ਸਾਡੇ ਤੇ ਐਵੇਂ ਹੀ ਲਾਏ ਜਾਂਦੇ ਹੈ।
ਜੇ ਇਲਜ਼ਾਮ ਐਵੇਂ ਲਾਏ ਜਾਂਦੇ ਤਾਂ ਫਿਰ ਤੁਸੀਂ ਦੂਜਿਆਂ ਦੇ ਖਿਲਾਫ ਇਲਜ਼ਾਮਾਂ ਦੀ ਤਾਂ ਪੜਤਾਲ ਕਰਦੇ ਹੋ। ਪਰਮਵੀਰ ਦੇ ਜੇ ਇਲਜ਼ਾਮ ਲੱਗਿਆ ਉਹਦੇ ਤੁਸੀਂ ਕਹੀ ਜਾਂਦੇ ਹੋ ਕਿ ਉਦੋਂ ਠਾਕਰੇ ਅਸਤੀਫਾ ਦੇਵੇ। ਹਾਂ, ਕਿਉਂਕਿ ਅੱਜ ਤੱਕ ਤਾਂ ਇਨਕੁਆਇਰੀ ਦੇ ਆਰਡਰ ਹੋਏ, ਤੁਸੀਂ ਇਨਕੁਆਇਰੀ ਵੀ ਨਹੀਂ ਕਰਵਾ ਰਹੇ। ਲੇਕਿਨ ਉਹਦੀ ਦਲੀਲ ਇੱਕ ਹੋਰ ਹੈ। ਉਹ ਕਹਿੰਦੇ ਇਸ ਮਾਮਲੇ ਨੂੰ ਭਾਰਤ ਦੀ ਸੁਪਰੀਮ ਕੋਰਟ ਹੈ ਜਿਹੜੀ ਉਹ ਪਹਿਲਾਂ ਹੀ ਜਿਹੜੀ ਹੈ ਰੱਦ ਕਰ ਚੁੱਕੀ ਹੈ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਉਹ ਪਟੀਸ਼ਨ ਰੱਦ ਕੀਤੀ ਤੇ ਕਿਉਂ ਕੀਤੀ? ਸੁਪਰੀਮ ਕੋਰਟ ਨੇ ਆਪਣੇ ਪੱਧਰ ਤੇ ਕੁਝ ਨਹੀਂ ਕੀਤਾ। ਸੁਪਰੀਮ ਕੋਰਟ ਨੇ ਕਿਹਾ ਵੀ ਕਿਉਂਕਿ ਇਸ ਮਾਮਲੇ ਦੀ ਪੜਤਾਲ ਪਹਿਲਾਂ ਕੈਗ ਨੇ ਕੀਤੀ ਹੈ ਤੇ ਕੈਗ ਦੀ ਰਿਪੋਰਟ ਦੇ ਵਿੱਚ ਸਰਕਾਰ ਨੂੰ ਕਲੀਨ ਚਿੱਟ ਹੈ ਤੇ ਕਲੀਨ ਚਿੱਟੀ ਹੈ। ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਲੋਕਾਂ ਦਾ ਭਰੋਸਾ ਭਾਰਤੀ ਜੁਡੀਸ਼ਰੀ ਤੇ ਹੋਊਗਾ ਜਾਂ ਵਿਦੇਸ਼ੀ ਮੀਡੀਆ ਤੇ ਹੋਊਗਾ। ਜੀ, ਇਹ ਵੀ ਇੱਕ ਵੱਡਾ ਸਵਾਲ ਖੜਾ ਹੋ ਗਿਆ ਕਿ ਵਿਦੇਸ਼ੀ ਮੀਡੀਆ ਕਹਿੰਦਾ ਜੀ ਆ ਗੜਬੜ ਹੋਈ ਹੈ, ਔਰ ਜਿਹੜਾ ਇਹ ਮੀਡੀਆ ਪੋਰਟਲ ਹੈ, ਮੀਡੀਆ ਪੋਰਟਲ ਨੇ ਅਗਲੀ ਗੱਲ ਕਹੀ ਹੈ ਬੜੀ ਠੋਕ ਕੇ। ਅੱਛਾ ਜੀ। ਉਹ ਕਹਿੰਦੇ ਜੀ ਇਹ ਜਿਹੜੀ ਅਸੀਂ ਰਿਪੋਰਟ ਤਿਆਰ ਕੀਤੀ ਹੈ ਇਹਦਾ ਪਹਿਲਾ ਭਾਗ ਹੈ, 2 ਭਾਗ ਇਹਦੇ ਹੋਰ ਆਉਣੇ ਜੀ। ਤੀਜਾ ਭਾਗ ਜਿਹੜਾ ਆਊਗਾ ਉਹ ਪੜਾਕੇ ਪਾਉਣ ਵਾਲਾ ਹੋਊਗਾ। ਫਾਈਨਲ ਭਾਗ ਹੈ ਜਿਹੜਾ ਜੀ, ਇਹ ਅਗਲੇ ਦਿਨਾਂ 'ਚ ਦੇਖਦੇ ਆਪਾਂ ਕੀ ਆਉਂਦਾ ਫਾਈਨਲ ਭਾਗ। ਲੇਕਿਨ ਭਾਰਤ ਮਹਾਨ ਦੇ ਜਿਹੜੇ ਹੈਗੇ ਕਿੱਸੇ ਉਹ ਸਾਹਮਣੇ ਆਈ ਜਾਂਦੇ। ਬਿਲਕੁਲ। ਢਿੱਲੋਂ ਸਾਹਿਬ ਅੰਬਾਲੇ ਰਾਹੀਂ ਅੰਸਾਰੀ ਨੂੰ ਲਿਜਾਇਆ ਗਿਆ, ਇੱਧਰ ਦੀ ਜਾਊਗਾ, ਸਮਝ ਲਓ ਦਿੱਲੀ ਜੋ ਰੂਟ ਹਜੇ ਤੱਕ ਸਾਹਮਣੇ ਆ ਰਿਹਾ, ਅੱਗੇ ਤਬਦੀਲੀ ਹੋ ਜੇ ਤਾਂ ਵੱਖਰੀ ਗੱਲ ਹੈ। KMP ਤੋਂ ਗਾਜੀਪੁਰ ਤੇ ਉੱਧਰ ਦੀ ਗਾਜ਼ੀਆਬਾਦ ਹੋ ਕੇ ਉਹੀ ਰੂਟ ਆਗਰਾ ਐਕਸਪ੍ਰੈਸ ਹਾਈਵੇ ਵਾਲਾ ਸਿੱਧਾ ਰੂਟ ਹੀ ਅਡਾਪਟ ਕੀਤਾ ਗਿਆ। ਠੀਕ ਹੈ। ਤੇ PAC ਕਹਿੰਦੇ ਬੜੀ ਆਪਣਾ ਪਤਾ ਹੀ ਹੈ ਉਹਦੀਆਂ ਉਹ ਨਾਲ ਲਾਈ ਗਈ ਹੈ ਪੂਰੀਆਂ 2 ਬਟਾਲੇ ਨਾਲ। ਹਾਂ, PAC ਫਿਰ ਉਹ ਕਹਿੰਦੇ ਲਾਈ ਤਾਂ ਪ੍ਰੋਟੈਕਸ਼ਨ ਵਾਸਤੇ, ਪਰ ਅਜੇ ਤੱਕ ਤਾਂ ਉਹਨੇ ਪ੍ਰੋਟੈਕਸ਼ਨ ਕੀਤੀ ਨਹੀਂ ਕਿਸੇ ਦੀ। ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਸੋ ਇਹ ਸਮਾਂ ਜੀ ਹੁਣ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।